वाहिगुरु साहिब जीओ, जो हमारी विद होती मेरे सतगुरा, साबिद तुम हर जानो आपे। हम रुलते फिरते कोई बात ना पूछता, गुर सतगुर संग किरे हम थापे। हम अब गुण परे एक गुण नाही, अमृत शाद बिखै बिख खाही। माया मोह परम पै भूले, सुत दारा स्यों प्रीत लगाई। एक उत्तम पंथ सुनियो गुर संगता, तह मिलंत जम त्रास मिटाही। एक अरदास पाठ कीरत की, गुर रामदास राखो शरनाई। सज्जन सच्चा पातशाह, सिर दैसा जिस पास बैठिया सोही सबना दावे सज्जन सच्चा पातशाह, सिर दैसा जिस पास बैठिया सोईए सबना दावे सतनाम श्री वाहिगुरु साहिब जी। आसा महला पंजवा। उठ वंज वटाउड़िया तै क्या चेर लाया। मोहलत पुन्नड़िया कित कूड़ लोभाया। उठ वंज वटाउड़िया तै क्या चेर लाया। मोहलत पुन्नड़िया कित कूड़ लोभाया। कूड़े लोभाया तो माया
ਜੀਤਿਆ ਤਨ ਭਸਮ ਢੇਰੀ ਜਮ ਹੈ ਹੇਰੀ ਕਾਲ ਬੋਪੜੈ ਜੀਤਿਆ ਮਾਲ ਜੋਬਨ ਛੋੜ ਵੈਸੀ ਰਹਿਆ ਪਹਿਨਣ ਖਾਇਆ ਨਾਨਕ ਕਮਾਣਾ ਸੰਗ ਜੁਲਿਆ ਨਹਿ ਜਾਏ ਕਿਰਤ ਮਿਟਾਇਆ ਫਾਥੋ ਮਿਰਗ ਜੀਵੈ ਪੇਖ ਰੈਣ ਚੰਦਰਾਇਣ ਸੁਖ ਹੈ ਦੁਖ ਭਏ ਨਿਤ ਪਾਪ ਕਮਾਇਣ ਪਾਪਾ ਕਮਾਣੇ ਛੱਡ ਹੈ ਨਾਹੀ ਲੈ ਚੱਲੇ ਘਾਤ ਗਲਾਵਿਆ ਹਾਰ ਚੰਦਿਉਰੀ ਦੇਖ ਮੂਠਾ ਕੂੜ ਸੇਜਾ ਰਾਵਿਆ ਲੱਭ ਲੋਭ ਅਹੰਕਾਰ ਮਾਤਾ ਗਰਭ ਭਇਆ ਸਮਾਇਣ ਨਾਨਕ ਮਿਰਗ ਅਗਿਆਨ ਬਿਨਸੈ ਨਹਿ ਮਿਟੈ ਆਵਣ ਜਾਇਣ ਮਿਠੈ ਮਖ ਮੁਆ ਕਿਉ ਲਾਏ ਉਡਾਰੀ ਹਸਤੀ ਗਰਤ ਪਿਆ ਕਿਉ ਤਾਰੀਐ ਤਾਰੀ ਤਾਰਨ ਦੋਹੇਲਾ ਪਿਆ ਖਿਨ ਮਹਿ ਖਸਮ ਚਿਤ ਨਾ ਆਇਓ ਦੁਖਾ ਸਜਾਈ ਗਣਤ ਨਾਹੀ ਕੀਆ ਆਪਣਾ ਪਾਇਓ ਗੁੱਜਾ ਕਮਾਣਾ ਪ੍ਰਗਟ ਹੋਆ ਏਤਾ ਉਤਹ ਖੁਆਰੀ ਨਾਨਕ ਸਤਿਗੁਰ ਬਾਜ ਮੂਠਾ ਮਨ ਮੁਖੋ ਅਹੰਕਾਰੀ ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਨੀ ਕੰਠ ਲਗਾਏ ਲੀਏ ਤਿਸ ਠਾਕੁਰ ਸਰਨੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੁਆ ਆਪ ਜਗਤ ਤਰਾਇਆ ਰਾਖ ਲੀਏ ਰਾਖਣ ਹਾਰੈ ਸਦਾ ਨਿਰਮਲ ਕਾਰਣੀ ਨਾਨਕ ਨਰਕ ਨਾ ਜਾਹੈ ਕਬਹੂ ਹਰ ਸੰਤ ਹਰ
ਹਰ ਕੀ ਸਾਰਣੀ ਰਾਖ ਲਿਏ ਰਾਖਣ ਹਾਰੈ ਸਦਾ ਨਿਰਮਲ ਕਾਰਣੀ ਨਾਨਕ ਨਰਕ ਨਾ ਜਾਹੈ ਕਬਹੂ ਹਰ ਸੰਤ ਹਰ ਕੀ ਸ਼ਰਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬੇ ਕਮਾਲ ਵਾਲਿਗੇ ਕੁਲ ਆਲਮ ਰਹਿਬਰ ਏ ਕਾਇਨਾਤ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤ ਸੰਗੀ ਪਿਆਰਿਓ, ਸਤਿਗੁਰ ਜੀ ਦੀ ਅਪਾਰ ਮਿਹਰਮਤ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਸਤਿਗੁਰ ਜੀ ਦੇ ਘਰ ਦੇ ਵਿਚਾਰ ਨੂੰ ਸਰਵਣ ਕਰਨ ਵਾਸਤੇ ਗੁਰੂ ਮਾਲਕ ਜੀ ਦੀ ਹਜ਼ੂਰੀ ਦੇ ਅੰਦਰ ਆਪ ਸੰਗਤ ਸੁਭਾਏਮਾਨ ਹੋਏ ਹੋ। ਸਤਿਗੁਰ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਹੇ ਮਾਲਕ ਜੀਓ ਬਖਸ਼ਿਸ਼ ਕਰਿਓ, ਜਿੱਥੇ ਤਨ ਕਰਕੇ ਸਤਿਗੁਰ ਦੀ ਸਾਡੀ ਹਾਜ਼ਰੀ ਆਪ ਜੀ ਦੇ ਦਰ ਤੇ ਸਤਿਗੁਰ ਦੀ ਲੱਗੀ ਹੈ ਤੇ ਮਾਲਕ ਤਰਸ ਕਰਿਓ, ਮਿਹਰਮਤ ਕਰਿਓ, ਉੱਥੇ ਮਨ ਕਰਕੇ ਵੀ ਸਾਡੀ ਹਾਜ਼ਰੀ ਆਪ ਜੀ ਦੇ ਚਰਨਾਂ 'ਚ ਪ੍ਰਵਾਨ ਹੋ ਸਕੇ। ਗੁਰੂ ਮਾਲਕ ਜੀ ਦੀ ਹਜ਼ੂਰੀ ਇੱਕ ਐਸੀ ਹਜ਼ੂਰੀ ਹੈ ਜਿਵੇਂ ਬੱਚੇ ਨੂੰ ਮਾਂ ਦੀ ਗੋਦ ਵਿੱਚ ਬੈਠ ਕੇ ਆਨੰਦ ਆਉਂਦਾ ਹੈ ਨਾ ਜੀ, ਕੋਈ ਸ਼ਬਦ ਨਹੀਂ ਹੈ, ਕੋਈ ਮੁੱਲ ਨਹੀਂ ਹੈ। ਤੇ ਇਹ ਬਾਣੀ ਰੂਪੀ ਜਦੋਂ ਅਸੀਂ ਸੰਗਤ ਮਾਣਦੇ ਆ, ਇਹ ਇਦਾਂ ਹੀ ਮਹਿਸੂਸ ਹੁੰਦਾ ਆ ਕਿ ਜਿਵੇਂ ਅਸੀਂ ਮਾਂ ਦੀ ਗੋਦ ਵਿੱਚ ਬੈਠੇ ਆ। ਥੋੜੀ ਜਿਹੀ ਵਿਚਾਰ ਸਤਿਗੁਰ ਜੀ ਦੇ ਘਰ ਦੀ ਕਰਕੇ ਮੈਂ ਫਿਰ ਸ਼ਬਦ ਵੱਲ ਤੁਰਦਾ ਆ। ਸਾਡੇ ਨਾ ਘਰ ਦਾ ਕਿਤੇ ਨਾ ਕਿਤੇ ਜਾ ਕੇ, ਕਦੇ ਨਾ ਕਦੇ ਜਾ ਕੇ ਇੱਕ ਛੋਟਾ ਜਿਹਾ ਮਾਹੌਲ ਬਣਦਾ ਆ। ਜਦੋਂ ਬੱਚਾ ਛੋਟਾ ਹੈ ਨਾ, ਉਦੋਂ ਆਪਣੇ ਮਾਂ-ਬਾਪ ਦੇ ਕਹਿਣੇ ਤੇ ਚੱਲਦਾ ਆ। ਜੋ ਮਾਂ ਨੇ ਖਾਣ ਨੂੰ ਦਿੱਤਾ ਬੱਚੇ ਨੇ ਖਾ ਲਿਆ, ਜੋ ਮਾਂ ਨੇ ਪਹਿਨਣ ਨੂੰ ਦਿੱਤਾ ਬੱਚੇ ਨੇ ਪਹਿਨ ਲਿਆ। ਹੌਲੀ ਹੌਲੀ ਜਦੋਂ ਜ਼ਿੰਦਗੀ ਬਤੀਤ ਹੁੰਦੀ ਹੈ ਤੇ ਇੱਕ ਦਿਨ ਐਸਾ ਆਉਂਦਾ ਕਿ ਬੱਚਾ ਥੋੜੀ ਸੋਝੀ ਵਿੱਚ ਆ ਜਾਂਦਾ ਆ, ਜਿਹਨੂੰ ਕਹਿ ਲਓ ਕਿ ਉਹਦਾ ਉਮਰ ਵੱਧ ਗਈ ਹੈ, ਉਹਦੇ ਉੱਪਰ ਜਵਾਨੀ ਦਾ ਪਹਿਰਾ ਆ ਗਿਆ। ਤੇ ਅੱਜ ਬੱਚੇ ਨੂੰ ਏਦਾਂ ਪ੍ਰਤੀਤ ਹੋਣ ਲੱਗ ਜਾਂਦਾ ਕਿ ਸ਼ਾਇਦ ਮੇਰੇ ਮਾਂ-ਬਾਪ ਮੇਰੇ ਲਈ ਉਹ ਕੁਝ ਨਹੀਂ ਕਰ ਰਹੇ ਜੋ ਕੁਝ ਮੈਂ ਚਾਹੁੰਦਾ ਆ। ਇਸ ਗੱਲ ਨੂੰ ਧਿਆਨ ਦੇ ਕੇ ਸੁਣਿਓ। ਫਿਰ ਕੀ ਹੁੰਦਾ, ਘਰ ਦੇ ਵਿੱਚ ਬਗਾਵਤ ਹੋਣੀ ਸ਼ੁਰੂ ਹੋ ਜਾਂਦੀ ਹੈ। ਉਸ ਬਗਾਵਤ ਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਕਿ ਪਿਓ ਨੂੰ ਪੁੱਤ ਕਹਿ ਦਿੰਦਾ ਆ ਕਿ ਬਾਪੂ ਤੂੰ ਮੇਰੇ ਲਈ ਕੀ ਕੀਤਾ ਆ। ਬੇਸ਼ੱਕ ਬਾਪੂ ਨੇ ਆਪਣਾ ਸਭ ਕੁਝ ਆਪਣੇ ਪੁੱਤਰ ਤੇ ਵਾਰ ਦਿੱਤਾ ਹੋਵੇ, ਉਹਨੇ ਆਪਣੇ ਸ਼ੌਕ ਨਾ ਪੂਰੇ ਕੀਤੇ ਹੋਵੇ, ਆਪ ਭੁੱਖਾ ਰਹਿ ਲਿਆ ਹੋਵੇ, ਆਪ ਉਹ ਪਿਆਸਾ ਰਹਿ ਲਿਆ ਹੋਵੇ, ਆਪ ਪੜਿਆ ਨਾ ਹੋਵੇ, ਪਰ ਉਹਦੇ ਮਨ 'ਚ ਇੱਕੋ ਹੀ ਗੱਲ ਹੁੰਦੀ ਆ ਕਿ ਜੋ ਚੀਜ਼ ਮੈਨੂੰ ਨਹੀਂ ਮਿਲੀ ਉਹ ਮੇਰੇ ਬੱਚੇ ਨੂੰ ਮਿਲ ਜਾਵੇ। ਪਰ ਕਈ ਵਾਰੀ ਉਹ ਸੋਚਦਾ ਹੈ ਬੱਚਾ ਕਿ ਸ਼ਾਇਦ ਮੇਰਾ ਪਿਓ ਮੇਰੇ ਲਈ ਕੁਝ ਕਰਦਾ ਨਹੀਂ ਹੈ। ਫਿਰ ਸਵਾਲ ਖੜਾ ਕਰਦਾ ਆ, ਲੜਦਾ ਆਪਣੇ ਪਿਓ ਦੇ ਨਾਲ। ਹੁਣ ਵਿੱਚ ਇੱਕ ਪਾਤਰ ਹੈ ਜੀ, ਜਿਹਨੂੰ ਅਸੀਂ ਬਹੁਤ ਸਤਿਕਾਰ ਨਾਲ ਮਾਂ ਕਹਿੰਦੇ ਆ। ਉਹਨੇ ਆਪਣੇ ਪੁੱਤ ਨਾਲ ਵੀ ਰੱਖਣੀ ਹੈ ਤੇ ਉਹਨੇ ਆਪਣੇ ਪਤੀ ਨਾਲ ਵੀ ਰੱਖਣੀ ਹੈ। ਦੂਜੀ ਗੱਲ, ਉਹ ਨਹੀਂ ਚਾਹੁੰਦੀ ਹੈ ਕਿ ਮੇਰੇ ਘਰ ਦੇ ਵਿੱਚ ਦੋਨੇ ਜੋੜੇ ਆਪਸ ਲੜਨ। ਜੇ ਪੁੱਤ ਦੀ ਇੱਕ ਪਾਸੇ ਹੋ ਕੇ ਸਾਈਡ ਲਏਗੀ ਤੇ ਪਤੀ ਗੁੱਸੇ ਹੋ ਜਾਏਗਾ, ਜੇ ਪਤੀ ਦੀ ਸਾਈਡ ਲਏਗੀ ਤੇ ਪੁੱਤ ਗੁੱਸੇ ਹੋ ਜਾਏਗਾ। ਹੁਣ ਮਾਂ ਰੋਲ ਬਹੁਤ ਵਧੀਆ ਅਦਾ ਕਰਦੀ ਹੈ ਤੇ ਉਹ ਰੋਲ ਬਾਣੀ ਅਦਾ ਕਰਦੀ ਹੈ ਜੀ। ਸੁਣਿਓ ਧਿਆਨ ਦੇ ਨਾਲ। ਹੁਣ ਜਦੋਂ ਸਵੇਰੇ ਪਤੀ ਕੰਮ ਤੇ ਚੱਲਿਆ ਤੇ ਜਦੋਂ ਪੁੱਤ ਦੇ ਨਾਲ ਤੂੰ ਮੈਂ ਹੋ ਗਈ ਤੇ ਪਤਨੀ ਵਿੱਚ ਆ ਕੇ ਆਖਦੀ ਹੈ ਕਿ ਤੁਸੀਂ ਕੰਮ ਤੇ ਚਲੇ ਜਾਓ, ਮੈਂ ਪਿੱਛੋਂ ਇਹਨੂੰ ਸਮਝਾ ਦਾਂਗੀ। ਸਾਡੇ ਘਰਾਂ 'ਚ ਅਸੀਂ ਆਮ ਦੇਖਦੇ ਏਦਾਂ ਹੁੰਦਾ ਆ। ਪਤੀ ਗੁੱਸੇ ਦੇ ਵਿੱਚ ਲੜ ਕੇ ਚਲਾ ਗਿਆ ਤੇ ਬਾਅਦ ਵਿੱਚ ਆਪਣੇ ਪੁੱਤ ਨੂੰ ਕੋਲ ਬਿਠਾਉਂਦੀ ਹੈ, ਕਹਿੰਦੀ ਕਮਲਿਆ
ਤੈਨੂੰ ਉਹਨੇ ਬੋਲਣਾ ਸਿਖਾਇਆ, ਤੂੰ ਅੱਜ ਉਹਦੇ ਮੂਹਰੇ ਉੱਚੀ ਜ਼ੁਬਾਨ 'ਚ ਬੋਲਦਾ। ਉਹ ਜਿਹਨੇ ਤੈਨੂੰ ਤੁਰਨਾ ਸਿਖਾਇਆ ਉਂਗਲੀ ਪਕੜ ਕੇ, ਜਿਹਨੇ ਤੈਨੂੰ ਮੋਢੇ ਹੱਥ ਚੁੱਕ ਚੁੱਕ ਕੇ ਮੇਲੇ ਦਿਖਾਏ, ਆਪਣੇ ਸ਼ੌਂਕ ਮਾਰ ਕੇ ਤੇਰੇ ਸ਼ੌਂਕ ਪੂਰੇ ਕੀਤੇ, ਕਮਲਿਆ ਤੂੰ ਉਹਦੇ ਮੂਹਰੇ ਬੋਲਦਾ ਆ। ਦੇਖ ਪੁੱਤਰ, ਇਹ ਚੰਗੀਆਂ ਗੱਲਾਂ ਨਹੀਂ ਹੈ। ਤੈਨੂੰ ਉਹਨੇ ਪੜਾਇਆ, ਤੈਨੂੰ ਉਹਨੇ ਲਿਖਾਇਆ, ਆਪ ਸਾਈਕਲ ਤੇ ਜ਼ਿੰਦਗੀ ਕੱਢੀ, ਤੈਨੂੰ ਉਹਨੇ ਗੱਡੀ ਦਵਾਤੀ ਹੈ। ਉਹਦੇ ਕੱਪੜੇ ਦੇਖ, ਆਪਣੇ ਕੱਪੜੇ ਦੇਖ, ਉਹਦੇ ਵੱਲ ਦੇਖ ਤੇ ਆਪਣੇ ਵੱਲ ਦੇਖ। ਤੇ ਪੁੱਤਰ ਤੂੰ ਅੱਜ ਆਪਣੇ ਪਿਓ ਦੇ ਮੂਹਰੇ ਬੋਲ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਜਦੋਂ ਮਾਂ ਇਹ ਗੱਲਾਂ ਕਹਿੰਦੀ ਨਾ ਤੇ ਪੁੱਤਰ ਨੂੰ ਥੋੜਾ ਜਿਹਾ ਫਿਰ ਅਹਿਸਾਸ ਹੁੰਦਾ ਕਿ ਅੱਜ ਮੈਂ ਗਲਤੀ ਕਰ ਗਿਆ, ਅੱਜ ਮੈਂ ਗਲਤੀ ਕਰ ਗਿਆ। ਫਿਰ ਦੋਵੇਂ ਹੱਥ ਜੋੜ ਕੇ ਪੁੱਤਰ ਆਖਦਾ ਕਿ ਮਾਂ ਮੈਨੂੰ ਦੱਸ ਹੁਣ ਮੈਂ ਪਿਓ ਤੋਂ ਮਾਫੀ ਕਿੱਦਾਂ ਮੰਗਾ, ਤੇ ਪਿਓ ਮੈਨੂੰ ਗਾਲ ਨਾਲ ਲਾ ਲਵੇ, ਮੈਂ ਐਸਾ ਕੀ ਕੰਮ ਕਰਾਂ। ਸ਼ਾਮ ਨੂੰ ਉਹਨੇ ਆ ਜਾਣਾ। ਮਾਂ ਕਹਿੰਦੀ ਤੈਂ ਕੁਛ ਨਹੀਂ ਕਰਨਾ, ਜ਼ਿੰਮੇਵਾਰੀ ਸਾਰੀ ਮੇਰੀ ਹੈ। ਜਦੋਂ ਪਿਓ ਆ ਗਿਆ ਤੇ ਪਿਓ ਨੂੰ ਬਸ ਇੱਕ ਗੱਲ ਕਹਿਣੀ ਹੈ ਕਿ ਬਾਪੂ ਜੀ ਸਵੇਰ ਦੀ ਗੱਲ ਲਈ ਮੈਨੂੰ ਮਾਫ ਕਰ ਦਿਓ। ਕੁਝ ਨਹੀਂ ਕਹਿਣਾ, ਲਫ਼ਜ਼ ਕੀ ਕਹਿਣਾ ਕਿ ਸਵੇਰ ਦੀ ਗੱਲ ਦੇ ਲਈ ਮੈਨੂੰ ਮਾਫ ਕਰ ਦਿਓ, ਬਾਕੀ ਮੈਂ ਸਾਂਭ ਲਾਂਗੀ। ਹੁਣ ਬੱਚੇ ਨੂੰ ਰੋਟੀ ਵੀ ਦਿੱਤੀ ਮਾਂ ਨੇ, ਉਹ ਖੇਡ ਕੇ ਵੀ ਆ ਗਿਆ, ਬਾਹਰ ਘੁੰਮ ਕੇ ਵੀ ਆ ਗਿਆ। ਤੇ ਜਦੋਂ ਪਿਓ ਦੇ ਆਉਣ ਦਾ ਸਮਾਂ ਹੋ ਗਿਆ ਤੇ ਪੁੱਤਰ ਨੂੰ ਫੋਨ ਕਰਕੇ ਘਰੇ ਬੁਲਾ ਲਿਆ, ਕਹਿੰਦੇ ਤੂੰ ਘਰੇ ਆ ਜਾ, ਤੂੰ ਆਪਣੇ ਕਮਰੇ 'ਚ ਬੈਠ। ਜਦੋਂ ਪਤੀ ਘਰੇ ਆਇਆ, ਨਾਲੇ ਉਹਨੂੰ ਪਾਣੀ ਦਾ ਗਲਾਸ ਦਿੰਦੀ ਹੈ ਤੇ ਨਾਲੇ ਇੱਕ ਗੱਲ ਆਖਦੀ ਹੈ, ਕਹਿੰਦੀ ਤੁਹਾਡੇ ਜਾਣ ਤੋਂ ਬਾਅਦ ਸਵੇਰ ਦਾ ਅੱਜ ਰੋਈ ਜਾ ਰਿਹਾ। ਸੁਣੋ ਜੀ ਧਿਆਨ ਨਾਲ, ਸਵੇਰ ਦਾ ਅੱਜ ਰੋਈ ਜਾ ਰਿਹਾ। ਮੈਂ ਰੋਟੀ ਵੀ ਦਿੱਤੀ, ਰੋਟੀ ਨਹੀਂ ਖਾਧੀ। ਮੈਂ ਪਾਣੀ ਵੀ ਦਿੱਤਾ, ਪਾਣੀ ਵੀ ਨਹੀਂ ਪੀਤਾ। ਮੈਂ ਕਿਹਾ ਜਾ ਕੇ ਘੁੰਮਿਆ, ਘੁੰਮ ਕੇ ਵੀ ਨਹੀਂ ਆਇਆ। ਸਵੇਰ ਦੀ ਇੱਕੋ ਹੀ ਰੱਟ ਲਾਈ ਹੈ ਕਿ ਮਾਂ ਮੇਰੇ ਤੋਂ ਗਲਤੀ ਹੋ ਗਈ ਹੈ। ਪਿਓ ਕਦੇ ਆਵੇ ਤੇ ਪਿਓ ਜਦੋਂ ਆਵੇ ਮੈਂ ਉਹ ਤੋਂ ਮਾਫੀ ਮੰਗਣੀ ਆ। ਹੁਣ ਮੈਂ ਹੱਥ ਜੋੜ ਕੇ ਤੁਹਾਨੂੰ ਆਖਦੀ ਆ, ਜਦੋਂ ਉਹ ਤੁਹਾਡੇ ਕੋਲ ਮਾਫੀ ਮੰਗਣ ਆਵੇ ਨਾ, ਉਹ ਕੋਈ ਪੁਰਾਣੀ ਗੱਲ ਲੈ ਕੇ ਨਾ ਬਹਿ ਜਿਓ, ਕੋਈ ਪੁਰਾਣੀ ਕੋਈ ਚਿੱਠੀ ਨਾ ਖੋਲ ਕੇ ਬਹਿ ਜਿਓ। ਜਦੋਂ ਹੀ ਉਹ ਮਾਫੀ ਮੰਗੇਗਾ, ਉਹਨੂੰ ਆਪਣੇ ਸੀਨੇ ਨਾਲ ਲਾ ਕੇ ਉਹਨੂੰ ਮਾਫ ਕਰ ਦਿਓ। ਆਖਰ ਨੂੰ ਤੁਹਾਡਾ ਪੁੱਤ ਹੈ। ਹੁਣ ਤੁਸੀਂ ਸਿਆਣੇ ਹੋ ਜੀ। ਮਾਂ ਨੇ ਜਿੱਡੀ ਇਹ ਲਿਸਟ ਤਿਆਰ ਕੀਤੀ ਹੈ, ਪੁੱਤ ਨੇ ਜਿਹੜੀ ਬੋਲਣੀ ਹੈ, ਇਹ ਮਾਂ ਦੀ ਤਿਆਰ ਕੀਤੀ ਹੋਈਗਾ, ਪੁੱਤ ਦੀ ਤਿਆਰ ਕੀਤੀ ਹੋਈ ਨਹੀਂ ਹੈ। ਪੁੱਤ ਨੂੰ ਆਵਾਜ਼ ਮਾਰੀ ਕਿ ਆ ਜਾ ਪੁੱਤਰ। ਬੱਚਾ ਆਇਆ ਜੀ। ਬੱਚੇ ਨੇ ਆਉਂਦੇ ਆਪਣੇ ਪਿਤਾ ਦੇ ਪੈਰੀ ਹੱਥ ਲਾਏ ਤੇ ਪੈਰੀ ਹੱਥ ਲਾ ਕੇ ਆਖਿਆ, ਬਾਪੂ ਮੈਨੂੰ ਮਾਫ ਕਰ ਦਿਓ। ਤੇ ਆਖਰ ਨੂੰ ਪਿਓ ਹੈ ਨਾ ਜੀ, ਉਹਨੇ ਸੀਨੇ ਨਾਲ ਲਾਇਆ, ਕਹਿੰਦਾ ਕੋਈ ਗੱਲ ਨਹੀਂ, ਚੱਲਦਾ ਰਹਿੰਦਾ। ਬਸ ਆ ਸਾਡਾ ਰੋਲ ਹੈ ਜੀ। ਅਸੀਂ ਇੱਥੇ ਆਉਂਦੇ ਆ, ਇੱਥੇ ਆ ਕੇ ਮੱਥਾ ਟੇਕਦੇ ਆ ਤੇ ਕਈ ਵਾਰ ਸਾਡੇ ਮਨ 'ਚ ਸਵਾਲ ਖੜਾ ਹੁੰਦਾ ਕਿ ਰੱਬ ਨੇ ਮੈਨੂੰ ਕੀ ਦਿੱਤਾ ਹੈ, ਗੁਰੂ ਨੇ ਮੈਨੂੰ ਕੀ ਦਿੱਤਾ ਆ, ਉਸ ਅੱਲਾਹ ਤਾਲਾ ਨੇ ਮੈਨੂੰ ਕੀ ਦਿੱਤਾ ਆ। ਬੜੇ ਲਾਂਭੇ ਸਾਡੇ ਆ ਜੀ ਕਿ ਮੇਰੇ ਕੋਲ ਆ ਨਹੀਂ ਹੈ, ਮੇਰੇ ਕੋਲ ਆ ਨਹੀਂ ਹੈ, ਫਲਾਣੇ ਕੋਲ ਆ ਕੁਛ ਹੈ, ਮੇਰੇ ਕੋਲ ਆ ਨਹੀਂ ਹੈ। ਬਹੁਤ ਲਾਂਭੇ ਨੇ ਸਾਡੇ ਰੱਬ ਦੇ ਪ੍ਰਤੀ, ਬਹੁਤ ਜ਼ਿਆਦਾ। ਫਿਰ ਗੁਰਬਾਣੀ ਮਾਂ ਇੱਕ ਰੋਲ ਅਦਾ ਕਰਦੀ ਆ, ਕਹਿੰਦੀ ਜੇ ਤੇਰੇ ਕੋਲ 2 ਮਿੰਟ ਹੈ ਤੇ ਮੇਰੇ ਕੋਲ ਬੈਠ, ਮੈਂ ਤੈਨੂੰ ਦੱਸਦੀ ਆ ਤੈਨੂੰ ਰੱਬ ਨੇ ਕੀ ਕੁਛ ਦਿੱਤਾ ਆ। ਫਿਰ ਗੁਰਬਾਣੀ ਬੋਲਦੀ ਆ, ਰਮਈਆ ਕੇ ਗੁਣ, ਬੋਲੋ ਜੀ, ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦਸਤਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਵਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਮੁਖ ਅਪਿਆਓ ਬੈਠ ਕੋ ਦੈਨ, ਬਿਰਦ ਭਿਓ ਉਪਰ ਸਾਕ ਸੈਨ। ਤੇ ਮਾਲਕ ਜੀ ਕਹਿੰਦੇ ਭਾਈ ਇਹ ਨਿਰਗੁਣ ਗੁਣ ਕਛੂ ਨਾ ਬੂਝੇ। ਇੰਨਾ ਕੁਛ ਦਿੱਤਾ ਇਹਨੂੰ ਤੇ ਇਸ ਨਿਰਗੁਣੇ ਆਰੇ ਨੇ ਕੁਛ ਜਾਣਿਆ ਹੀ ਨਹੀਂ, ਕੁਛ ਬੁੱਝਿਆ ਹੀ ਨਹੀਂ, ਕੁਝ ਸਮਝਿਆ ਹੀ ਨਹੀਂ। ਆਪਣੇ ਸਰੀਰ ਵੱਲ ਦੇਖ, ਸਭ ਤੋਂ ਵੱਡੀ ਦਾਤ। ਪਤਾ ਨਹੀਂ ਕਿੰਨੇ ਕੁ ਲੋਕ ਨੇ ਜਿਹੜੇ ਮਾਫ ਕਰਿਓ ਅਪਾਹਿਜ ਨੇ, ਪਰ ਤੂੰ ਆਪਣੀਆਂ ਲੱਤਾਂ ਤੇ ਤੁਰ ਕੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਉਂਦਾ, ਉਹ ਕਦੇ ਇਸ ਗੱਲ ਦਾ ਵੀ ਗੁਰੂ ਦਾ ਸ਼ੁਕਰਾਨਾ ਕਰ ਦਿਆ ਕਰ। ਸਤਿ ਸ੍ਰੀ ਅਕਾਲ। ਤੂੰ ਕਦੇ ਸ਼ੁਕਰਾਨਾ ਤਾਂ ਕਰ। ਬੜੇ ਲੋਕ ਨੇ ਜਿਨ੍ਹਾਂ ਨੇ ਆਪਣੇ ਅੱਖਾਂ ਨਾਲ ਆਪਣੇ ਪੁੱਤਾਂ ਨੂੰ ਨਹੀਂ ਦੇਖਿਆ, ਪੁੱਤਾਂ ਨੇ ਅੱਖਾਂ ਨਾਲ ਆਪਣੀਆਂ ਮਾਵਾਂ ਨੂੰ ਨਹੀਂ ਦੇਖਿਆ, ਇਹ ਸੰਸਾਰ ਨੂੰ ਨਹੀਂ ਦੇਖਿਆ। ਉਹ ਤੂੰ ਕਿੱਡਾ ਭਾਗਾ ਵਾਲਾ ਆ, ਇਹਨਾਂ ਅੱਖਾਂ ਦੇ ਨਾਲ ਇਹ ਸੰਗਤ ਦੇ ਦਰਸ਼ਨ ਵੀ ਕਰ ਰਿਹਾ ਹੈ, ਇਹਨਾਂ ਅੱਖਾਂ ਨਾਲ ਗੁਰੂ ਦੀ ਬਾਣੀ ਦੇ ਦਰਸ਼ਨ ਵੀ ਕਰ ਰਿਹਾ ਹੈ। ਤੂੰ ਕਿਉਂ ਨਹੀਂ ਸ਼ੁਕਰਾਨਾ ਕਰਦਾ? ਉਹ ਤੈਨੂੰ ਸਰੀਰ ਦਿੱਤਾ, ਤੈਨੂੰ ਤੰਦਰੁਸਤੀ ਦਿੱਤੀ, ਤੈਨੂੰ ਮਾਂ ਬਾਪ ਦਿੱਤੇ, ਤੇਰੇ ਕੋਲ ਰੋਟੀ ਹੈ, ਤੇਰੇ ਕੋਲ ਕੱਪੜਾ ਹੈ, ਤੇਰੇ ਕੋਲ ਮਕਾਨ ਹੈ। ਤੂੰ ਇੰਨਾ ਕੁਛ ਲੈ ਕੇ ਬੈਠ ਕੇ ਤੂੰ ਫਿਰ ਵੀ ਉਹਦਾ ਸ਼ੁਕਰ ਨਹੀਂ ਕਰਦਾ ਤੇ ਆਖਦਾ ਰੱਬ ਨੇ ਮੈਨੂੰ ਦਿੱਤਾ ਕੀ?
ਬਾਣੀ ਨੇ ਜਦੋਂ ਇਹਨੂੰ ਗੱਲਾਂ ਸਮਝਾਈਆਂ, ਫਿਰ ਜੀਵ ਨੇ ਹੱਥ ਜੋੜੇ ਕਿ ਦੱਸ ਮੈਂ ਉਸ ਪਰਮਾਤਮਾ ਦੇ ਦਰ ਤੇ ਪ੍ਰਵਾਨ ਕਿੱਦਾਂ ਆਵਾਂ। ਤੇ ਗੁਰਬਾਣੀ ਕਹਿੰਦੀ ਕੁਝ ਨਹੀਂ ਕਹਿਣਾ, ਬਸ ਦੋਵੇਂ ਹੱਥ ਜੋੜ ਕੇ ਤਰਲਾ ਲਈ ਤੇ ਰੱਬ ਦੇ ਚਰਨਾਂ 'ਚ ਅਰਦਾਸ ਕਰੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਬੋਲੋ ਜੀ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗੁਣ ਹਮਾਰੇ ਦਇਆ ਕਰੋ, ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਬਾਪੂ ਬਖਸ਼ ਲੈ, ਬਾਪੂ ਬਖਸ਼ ਲੈ, ਕਿਰਪਾ ਕਰੋ ਦੀਨ ਕੇ ਦਾਤੇ, मेरा गुण अवगुण ना विचारो, कोई माटी का क्या धोपे स्वामी मानस की गाते ही। जो इत्थे खड़ के तरला लोगे ना जी कि मैंने अवगुणा ना भरिया, मेरे अंदर इन्ने भैड़ ने, मेरे अंदर इन्नियां बुराइयां आ, तो मेरा दाता बहुत बेअंत है, बहुत दयालु है। वो कहेगा कोई गल नहीं, जैसे बालक पाए सुपाए लख अपराध कमावे, कर उपदेश झिड़के बहु भांति, बहुड़ पिता गल लावे, पिछले अवगुण बख्श ले, प्रभ आगे मार्ग पावे। बस आ रोल अदा कर दी है जी गुरबाणी, सानू ते परमात्मा नू आपस च जोड़ दी है, सानू दसदी है कि परमात्मा ने तेरे लिए की कीता ते तू की कर रहा है। रोज गुरबाणी सानू आवाजा मार दी है। सतगुरु जी ने अज दा रब्बी उपदेश की साडी झोली च पाया आ। आओ गुरु मालिक दे चरना च एक बारी लवा दी गई हाजरी जी, प्यार ते सत्कार नाल आखो जी वाहिगुरु जी का खालसा वाहिगुरु जी की फतेह। सतनाम श्री वाहिगुरु साहिब जी। आसा महला पंजवा, उठ वंज वटाऊ अड़िया, तै क्या चेर लाया। सतगुर धन गुरु अर्जन देव पातशाह जी का यह शब्द है ते मालिक जी सानू कुछ चेता करवा रहे हैं जो असीं भुल के बैठे। सतगुर जी की बाणी आखदी है कि खाना पीना हसना सोना विसर गया है मरना। ਜਾਂ सतगुर जी की बाणी ने एक मनोरथ दिता है कि भई प्राप्त मान खुदी होरीगा गोबिंद मिलन की यह तेरी वरी है। पर असीं की कर रहे हैं जी, माफ करियो, रैन गवाई सोए कै दिवस गवाया खाए, हीरे जैसा जन्म है कौडी बदले जाए। असी किधर दौड़े हुए हैं। मालिक जी कहने उठ, उठ के जाग, थोड़ा जा समझ, थोड़ा जा सोच। जेड़े रास्ते नू तू पकड़िया होया ना, ये रास्ता रब दे घर नू नहीं जा रहा। जेड़े रास्ते ते तू तुरिया होया, ये रास्ता कोई रब दे घर नू नहीं जा रहा। ये रास्ता तेरा वखरा हो गया ते रब दा घर वखरा हो गया। समा भी तेरे को बहुता नहीं है, क्योंकि एक अदीब ने बड़ी प्यारी गल लिखी है, कहना मैं 100 जोड़े, मैं लख जोड़े, मैं जोड़ता कई करोड़ ले। साडा सुभाव है ना जी कि भाई 100 मिल जाए, 100 मिल गया, हुण 1000 आ जाए, 1000 तो लखा की डिमांड है। कहना मैं 100 जोड़े, मैं लख जोड़े, मैं जोड़ता कई करोड़ ले, मैं दुनिया दे विच कई थां जुड़िया पर अंदरों नाते तोड़ ले। ते ये भी अरदास करया करो गुरु दे चरनां च। ये तो मंगदे हो ना कोठी आ जाए, कार आ जाए, नौकरी आ जाए, सब कुछ मंगदे हो, नाल दूजी अरदास ये करया करो जे सतगुर इन्ना कुछ देगा ना, इन्नी क सतगुर हिम्मत बख्शी मैं अपनी औकात ना भुल्ला। माफ करियो, बंदा भुल जाता है जी। जिन्हें दिता है ना जी, फिर दात प्यारी विसरिया दातारा। ये भी अरदास करया करो। अजीब लिखता, कहना मैं 100 जोड़े, मैं लख जोड़े, मैं जोड़ता कई करोड़ ले, मैं दुनिया दे विच कई थां जुड़िया पर अंदरों नाते तोड़ ले। मैं भजदा भजदा यह गल भुलिया, जो उन्हें लिखिया वो मैं खाना, मैं उन्हां दियां पंडा बन लीगा जिन्हें नाल नहीं जाना। ते पंडा तो देखो अपनी केड़ियां है, रस्ता केड़ा आ, मार्ग केड़ा आ, की करन वास्ते आए सी ते कर की रहे आ।
ਇਹ ਬਹੁਤ ਵੱਡਾ ਸਵਾਲ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਖਦੇ ਆ, ਕਹਿੰਦੇ ਉੱਠ ਤੇ ਉੱਠ ਕੇ ਤੂੰ ਕਿਹੜੇ ਕੰਮੀ ਲੱਗਿਆ, ਥੋੜਾ ਜਿਹਾ ਇਸ ਗੱਲ ਨੂੰ ਸੋਚ ਜੀ। ਮੋਹਲਤ ਪੁੰਨੜੀਆ ਕਿਤ ਕੂੜ ਲੋਭਾਇਆ। ਸਮਾਂ ਤੇਰੇ ਕੋਲ ਬਹੁਤ ਥੋੜਾ, ਪਰ ਤੂੰ ਕੂੜੀਆਂ ਚੀਜ਼ਾਂ ਪਿੱਛੇ, ਕੂੜੀਆਂ ਤੇ ਝੂਠੀਆਂ ਚੀਜ਼ਾਂ ਪਿੱਛੇ, ਨਾਸ਼ਵਾਨ ਚੀਜ਼ਾਂ ਪਿੱਛੇ ਲੱਗਿਆ ਹੋਇਆ। ਬੰਦੇ ਨੇ ਪਕੜੀ ਉਹ ਚੀਜ਼ ਹੋਈ ਹੈ ਜਿਵੇਂ ਤੁਸੀਂ ਆਪਾਂ ਦੇਖਦੇ ਨਾ ਕੋਈ ਰੇਤੇ ਨੂੰ ਮੁੱਠੀ 'ਚ ਪਕੜ ਲਵੇ, ਤੇ ਯਾਦ ਰੱਖੋ ਜਿੰਨੀ ਤੁਸੀਂ ਮੁੱਠੀ ਘੁੱਟੋਗੇ ਉਨਾ ਰੇਤਾ ਵਿੱਚੋਂ ਨਿਕਲੀ ਜਾਏਗਾ। ਸਾਡੀ ਵੀ ਦੌੜ ਬਸ ਇਹ ਹੈ, ਪਦਾਰਥਾਂ ਨੂੰ ਅਸੀਂ ਘੁੱਟ ਕੇ ਪਕੜਿਆ ਹੋਇਆ, ਪਰ ਜਿਉਂ-ਜਿਉਂ ਅਸੀਂ ਪਦਾਰਥਾਂ ਨੂੰ ਘੁੱਟਦੇ ਪਏ ਆ ਤੇ ਤਿਉਂ ਸਾਡੀ ਉਮਰ ਬਤੀਤਦੀ ਜਾਂਦੀ ਪਈ ਹੈ, ਸਾਡਾ ਮਨੋਰਥ ਸਾਡੇ ਕੋਲੋਂ ਨਿਕਲਦਾ ਜਾਂਦਾ ਆ, ਸਾਨੂੰ ਸਮਝ ਨਹੀਂ ਆ ਰਹੀ ਹੈ। ਮਾਲਕ ਜੀ ਕਹਿੰਦੇ ਤੇਰੇ ਕੋਲ ਸਮਾਂ ਬਹੁਤ ਥੋੜਾ ਆ, ਪਰ ਤੂੰ ਕੂੜੀਆਂ ਚੀਜ਼ਾਂ ਪਿੱਛੇ, ਤੂੰ ਝੂਠੀਆਂ ਚੀਜ਼ਾਂ ਪਿੱਛੇ ਲੁਭਾਇਆ ਹੋਇਆ, ਉਹਦੇ ਵਿੱਚ ਗਲਤਾਨ ਹੋਇਆ ਜੀ। ਕੂੜੇ ਲੋਭਾਇਆ ਤੋਹ ਮਾਇਆ ਕਰਹਿ ਪਾਪ ਅਮਿਤਿਆ। ਕਹਿੰਦੇ ਕੂੜਾ ਚੀਜ਼ਾਂ ਪਿੱਛੇ ਲੱਗ ਕੇ ਪਾਪ ਖੱਟ ਰਿਹਾ, ਪਾਪ। ਤੇ ਇੱਕ ਗੱਲ ਛੋਟੀ ਜੀ ਹੋਰ ਬੇਨਤੀ ਕਰਦੇ ਆ ਜੀ, ਪਾਪ ਜਿੱਡਾ ਮਰਜ਼ੀ ਬਲਵਾਨ ਹੋ ਜਾਵੇ, ਜਿੱਡਾ ਮਰਜ਼ੀ ਬਲਵਾਨ, ਪਰ ਉਹ ਕਦੇ ਸੱਚ ਨੂੰ ਨਹੀਂ ਡੋਬ ਸਕਦਾ ਜੀ, ਸੱਚ ਨੂੰ ਝੁਕਾ ਨਹੀਂ ਸਕਦਾ। ਇੱਥੇ ਉਸ ਮਾਇਆ ਦੇ ਪਿੱਛੇ ਲੱਗਿਆ ਹੋਇਆ, ਜਿਹੜੀ ਮਾਇਆ ਠੱਗਣੀ ਹੈ, ਠੱਗ ਰਹੀ ਹੈ ਲੋਕਾਂ ਨੂੰ, ਤੇ ਇਹ ਹੰਕਾਰ ਦੇ ਵਿੱਚ, ਇਹ ਮਾਇਆ ਦੇ ਵਿੱਚ ਏਡਾ ਗਲਤਾਨ ਹੋਇਆ ਤੇ ਇਹਦੇ ਸਿਰ ਤੇ ਮਾਇਆ ਚੜ ਜਾਂਦੀ ਹੈ, ਫਿਰ ਇਹ ਬੰਦੇ ਨੂੰ ਬੰਦਾ ਨਹੀਂ ਜਾਣ ਰਿਹਾ। ਪਰ ਸਤਿਗੁਰੂ ਜੀ ਕਹਿੰਦੇ ਇੱਕ ਗੱਲ ਯਾਦ ਰੱਖੀ, ਇਹ ਪ੍ਰਮਾਤਮਾ ਦੇ ਘਰ ਦੀ ਖੇਡ ਹੈ ਕਿ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਉਹਦੇ ਕੋਲੋਂ ਡਰ, ਜਿਹੜਾ ਤਖਤ ਦੇ ਸਕਦਾ ਹੈ ਨਾ ਉਹ ਤਖਤ ਖੋ ਵੀ ਸਕਦਾ, ਜਿਹੜਾ ਉਡਾਰੀਆ ਲਵਾ ਸਕਦਾ ਉਹ ਪੰਖ ਕੱਟ ਕੇ ਜ਼ਮੀਨ ਤੇ ਸੁੱਟ ਵੀ ਸਕਦਾ ਆ। ਇਸ ਕਰਕੇ ਆ ਝੂਠੀ ਮਾਇਆ ਪਿੱਛੇ ਲੱਗ ਕੇ, ਜਿਹੜੀ ਮਾਇਆ ਠੱਗਣੀ ਹੈ, ਤੇ ਤੂੰ ਕਿਉਂ ਪਾਪ ਇਕੱਠੇ ਕਰ ਰਿਹਾ ਹੈ, ਤੂੰ ਕਿਉਂ ਪਾਪਾਂ ਨੂੰ ਆਪਣੇ ਸਿਰ ਚਾੜ ਰਿਹਾ ਆ। ਇਹ ਸਮਾਂ ਜਿਹੜਾ ਤੈਨੂੰ ਮਿਲਿਆ, ਸਤਿਗੁਰ ਕਹਿੰਦੇ ਕੋਈ ਪੁੰਨ, ਕੋਈ ਸੇਵਾ ਦਾ ਕੰਮ ਕਰ ਤਾਂ ਕਿ ਤੇਰਾ ਜੀਵਨ ਸਫਲਾ ਹੋਵੇ ਜੀ। ਤਨ ਭਸਮ ਢੇਰੀ ਜਮ ਹੈ ਹੇਰੀ ਕਾਲ ਬੌਪੜੈ ਜਿੱਤਿਆ। ਜਿੱਦਣ ਬੰਦੇ ਨੂੰ ਇਹ ਗੱਲ ਸਮਝ ਆ ਗਈ ਨਾ, ਆ ਸਰੀਰ ਮਿੱਟੀ ਦਾ ਢੇਰੀ ਹੈ ਜੀ, ਇਹਦੀ ਔਕਾਤ ਮਿੱਟੀ ਹੈ, ਤੂੰ ਬੰਦਾ ਬੁਲਬੁਲਾ ਪਾਣੀ ਦਾ, ਦੱਸ ਕਿਆ ਤੇਰੀ ਔਕਾਤ। ਤੂੰ ਜਿਸ ਘਰ ਵਿੱਚ ਮੌਜਾਂ ਮਾਣੀਆਂ, ਤੈਨੂੰ ਉੱਥੇ ਕੱਟਣ ਨਹੀਂ ਦੇਣੀ ਰਾਤ। ਅਗਲਾ ਕਹਿੰਦਾ ਕਿ ਫਲਾਣੀ ਕੁੜੀ ਆ ਰਹੀ, ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ, ਸੂਰਜ ਵੀ ਛਿਪਣ ਵਾਲਾ, ਲੈ ਚਲੋ ਬਾਪੂ ਨੂੰ, ਕੁੜੀ ਨੂੰ ਫੋਨ ਕਰ ਦਿਓ, ਸਿੱਧਾ ਸ਼ਮਸ਼ਾਨ ਘਾਟ ਆ ਜਾਏਗੀ। ਇਹ ਏਡੀ ਕੁ ਸਾਡੀ ਔਕਾਤ ਹੈ। ਤੇ ਮਿੱਟੀ ਦੇ ਭਾਂਡੇ ਦਾ ਹੰਕਾਰ ਕਰੀ ਬੈਠਾ ਆ। ਸਤਿਗੁਰ ਜੀ ਕਹਿੰਦੇ ਮਿੱਟੀ ਦਾ ਇਹ ਭਾਂਡਾ ਆ, ਇਹਨੇ ਭਸਮ ਦੀ ਢੇਰੀ ਹੋ ਜਾਣਾ ਆ, ਸਵਾਹ ਬਣ ਜਾਣਾ ਆ, ਤੇ ਇੱਕ ਨਾ ਇੱਕ ਦਿਨ ਆ ਕੇ ਮੌਤ ਨੇ ਇਸ ਸਰੀਰ ਨੂੰ ਜਿੱਤ ਲੈਣਾ ਆ। ਬੰਦਾ ਕਹਿੰਦਾ ਮੈਂ ਬੜਾ ਬਲਵਾਨ ਹੈ, ਪਰ ਜਿੱਦਣ ਮੌਤ ਆਏਗੀ ਤੇ ਉਹਨੇ ਕੁਛ ਨਹੀਂ ਦੇਖਣਾ। ਰਾਣਾ ਰਾਓ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਏ ਨਾ ਬੰਦੇ ਧੀਰ। ਜਿੱਦਣ ਮੌਤ ਆ ਗਈ, ਨਾ ਉਹਨੇ ਬਾਦਸ਼ਾਹ, ਨਾ ਉਹਨੇ ਭਿਖਾਰੀ, ਨਾ ਉਹਨੇ ਕਾਲਾ, ਨਾ ਉਹਨੇ ਗੋਰਾ, ਨਾ ਉਹਨੇ ਸਾਧੂ, ਨਾ ਉਹਨੇ ਚੋਰ, ਨਾ ਉਹਨੇ ਚੰਗਾ, ਨਾ ਉਹਨੇ ਮੰਦਾ, ਉਹਨੇ ਕੋਈ ਵੀ ਨਹੀਂ ਛੱਡਣਾ। ਫਿਰ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਜਿਹੜੀ ਤੈਨੂੰ ਮੌਤ ਤੋਂ ਬਚਾ ਸਕਦੀ ਹੋਵੇ। ਸਤਿਗੁਰ ਕਹਿੰਦੇ ਭਸਮ ਦੀ ਢੇਰੀ ਦਾ ਹੰਕਾਰ ਨਾ ਕਰ, ਜਿਹੜੇ ਮਨੋਰਥ ਵਾਸਤੇ ਆਇਆ ਤੇ ਉਧਰ ਧਿਆਨ ਧਰ ਜੀ। ਮਾਲ ਜੋਬਨ ਛੋੜ ਵੈਸੀ ਰਹਿਓ ਪੈਨਣ ਖਾਇਆ। ਨਾਲ ਕੁਝ ਵੀ ਨਹੀਂ ਜਾਣਾ, ਮਾਲ ਜੋਬਨ ਧਨ ਪ੍ਰਾਪਰਟੀ ਪੈਸਾ, ਖਾਣਾ ਪੀਣਾ ਪਹਿਨਣਾ ਕੱਖ ਨਹੀਂ ਨਾਲ ਜਾਣਾ ਜੀ। ਤੇ ਬੰਦਾ ਫਿਰ ਵੀ ਪਾਪ ਇਕੱਠੇ ਕਰੀ ਜਾਂਦਾ ਹੈ। ਜਿਹੜੀ ਚੀਜ਼ ਇਕੱਠੀ ਕਰਨੀ ਹੈ ਨਾ, ਜਿਹਨੂੰ ਸਤਿਗੁਰੂ ਜੀ ਨੇ ਕਿਹਾ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ, ਜਿਨ੍ਹਾਂ ਨੂੰ ਰੋਜ਼ ਆਪਾਂ ਪੜ੍ਹਦੇ ਆ ਕਿ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਹੋ ਜਲੇ ਕੀਤੀ
ਛੁੱਟੀ ਨਾਲ, ਉਧਰ ਧਿਆਨ ਨਹੀਂ ਦੇ ਰਿਹਾ। ਮਾਲ ਜੋਬਨ ਦੇ ਪਿੱਛੇ ਗਲਤਾਨ ਹੋਇਆ ਤੇ ਮਾਲਕਾਂ ਨੇ ਸਭ ਕੁਝ ਇੱਥੇ ਹੀ ਰਹਿ ਜਾਣਾ ਆ, ਸਭ ਕੁਝ ਇੱਥੇ ਹੀ ਰਹਿ ਜਾਣਾ ਆ। ਨਾ ਕੋਈ ਪੈਸਾ, ਨਾ ਕੋਈ ਪ੍ਰਾਪਰਟੀ, ਨਾ ਕੋਈ ਧੀ ਪੁੱਤ, ਕੱਖ ਨਹੀਂ ਨਾਲ ਜਾਣਾ। ਬਹੁ ਪਰ ਪੰਚ ਕਰ ਪਰ ਧਨ ਲਿਆਵੈ, ਸੁਤ ਧਾਰਾ ਪੇ ਆ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਵੇੜਾ ਤੇਰੇ ਜੀ ਪਹਿਲੀ ਜੇ। ਤੇ ਜਿਹੜੇ ਜੀ ਦੀ ਕਮਾਈ ਹੈ ਉਹ ਕਮਾਈ ਤੂੰ ਕਰ ਨਹੀਂ ਰਿਹਾ ਜੀ। ਨਾਨਕ ਕਮਾਣਾ ਸੰਗ ਜੁਲਿਆ, ਨਹਿ ਜਾਏ ਕਿਰਤ ਮਿਟਾਇਆ। ਜੋ ਕੁਛ ਤੂੰ ਕਰ ਰਿਹਾ ਹੈ, ਜੋ ਕੁਛ ਤੂੰ ਕਮਾ ਰਿਹਾ, ਕਰਮਾ ਕਰਕੇ, ਮਨ ਕਰਕੇ, ਨਾਲ ਹੋ ਜਾਣਾ ਜੀ, ਨਾਲ ਉਹ ਚੀਜ਼ ਜਾਣੀ ਹੈ। ਪਰ ਮਾਫ ਕਰਿਓ, ਜਦੋਂ ਰੱਬ ਦੇ ਘਰ ਚ ਪਹੁੰਚਣਾ ਜੀ, ਉਹਨੇ ਨਹੀਂ ਪੁੱਛਣਾ ਕਿ ਤੇਰੀ ਕਿੰਨੀ ਪ੍ਰਾਪਰਟੀ ਸੀ, ਕੀ ਤੇਰਾ ਅਹੁਦਾ ਸੀ, ਭਾਈ ਤੂੰ ਕੀ ਥੱਲੇ ਕਰਕੇ ਆਇਆ। ਰੱਬ ਨੇ ਤਾਂ ਕਹਿਣਾ ਕਿ ਇਹ ਦੱਸ ਕਿ ਭਾਈ ਤੈਨੂੰ ਮੈਂ ਮਨੁੱਖ ਬਣਾਇਆ ਸੀ ਕਿ ਮਨੁੱਖਾਂ ਵਾਲੇ ਕੰਮ ਕਰਕੇ ਆਇਆ। ਰੱਬ ਇਹੀ ਸਵਾਲ ਕਰੇਗਾ, ਹੋਰ ਤੂੰ ਤਾਂ ਕੁਛ ਨਹੀਂ ਹੈ। ਕਿਆ ਤਾਂ ਖੱਟਿਆ, ਕਹਾਂ ਗਵਾਇਆ। ਮੈਂ ਤੈਨੂੰ ਮਨੁੱਖ ਬਣਾ ਕੇ ਤੋਰਿਆ, ਬੰਦਾ ਬਣਾ ਕੇ ਤੋਰਿਆ, ਇਨਸਾਨ ਬਣਾ ਕੇ ਤੋਰਿਆ, ਉਹ ਇਨਸਾਨਾਂ ਵਾਲੇ ਕੰਮ ਕਰਕੇ ਆਇਆ। ਸਵਾਲ ਹੀ ਸਤਿਗੁਰ ਨੇ ਕਰਨਾ ਆ। ਜੇ ਤਾਂ ਅਸੀਂ ਕੀਤੇ ਹੈ ਫਿਰ ਤਾਂ ਜਵਾਬ ਦੇਵਾਂਗੇ ਕਿ ਹਾਂ ਸਤਿਗੁਰ ਮੈਂ ਸੇਵਾ ਕਰਕੇ ਆਇਆ। ਤੁਸੀਂ ਕਿਹਾ ਸੀ ਵਿੱਚ ਦੁਨੀਆ ਸੇਵਕ ਕਮਾਈਗੇ ਤਾਂ ਦਰਗਾਹ ਬੈਸਣ ਪਾਈਗੇ। ਪਰ ਜੇ ਨਹੀਂ ਕੀਤੇ ਤੇ ਮਾਫ ਕਰੋ, ਜਿਵੇਂ ਨਲਾਇਕ ਬੱਚਾ ਨਹੀਂ ਕਲਾਸ 'ਚ ਸਿਰ ਨੀਵਾਂ ਕਰਕੇ ਖੜ ਜਾਂਦਾ, ਧੌਣ ਸੁੱਟ ਕੇ, ਉਵੇਂ ਖੜਨਾ ਪੈਣਾ। ਫਿਰ ਜੇ ਕਮਾਇਆ ਚੰਗੇ ਕੰਮ, ਫਿਰ ਰੇ ਦਰਗਾਹ ਕਹੇ ਨਾ ਕਹੋ, ਆਓ ਬੈਠ ਆਦਰ ਸ਼ੁਭ ਦਿਓ, ਫਿਰ ਸ਼ਾਬਾਸ਼ ਮਿਲੇਗੀ। ਪਰ ਮਾਫ ਕਰਿਓ, ਜੇ ਕਰਮ ਮਾੜੇ ਆ, ਮਾਲਕਾਂ ਨੇ ਕਰਮ ਮਾੜੇ ਕਰਕੇ ਇੱਥੋਂ ਚੱਲਿਆ ਆ, ਤੇ ਇੱਕ ਗੱਲ ਯਾਦ ਰੱਖੀ, ਫਿਰ ਰੱਬ ਦੇ ਘਰ 'ਚ ਕੋਈ ਸ਼ਾਬਾਸ਼ ਨਹੀਂ ਮਿਲਣੀ ਜੀ। ਫਾਥੋ ਮਿਰਗ ਜੀਵੈ, ਪੇਖ ਰੈਣ ਚੰਦਰਾਇਣ। ਜਦੋਂ ਮਿਰਗ ਨੂੰ ਪਕੜਨ ਵਾਸਤੇ, ਹਿਰਨ ਨੂੰ ਪਕੜਨ ਵਾਸਤੇ ਸ਼ਿਕਾਰੀ ਆਉਂਦਾ ਨਾ ਜੀ, ਉਹ ਇੱਕ ਚਿੱਟਾ ਚਾਨਣ ਕਰਦਾ। ਉਹ ਕੀ, ਹਿਰਨ ਨੂੰ ਅੱਖਾਂ ਦੀ ਪ੍ਰੋਬਲਮ ਹੈ, ਉਹਨੂੰ ਅੱਖਾਂ ਦਾ ਵਿਕਾਰ ਲੱਗਿਆ, ਜਿੱਥੇ ਉਹਨੂੰ ਲਾਈਟ ਮਿਲਦੀ ਹੈ ਉਧਰ ਦੌੜ ਜਾਂਦਾ ਉਹ। ਜਦੋਂ ਉਹਨੂੰ ਲੱਗਦਾ ਕਿ ਚਾਨਣ ਹੈ, ਸ਼ਾਇਦ ਇਹ ਚਾਨਣ ਕੋਈ ਵੱਖਰਾ ਆ, ਉਹ ਚਾਨਣ ਦੇਖਣ ਵਾਸਤੇ ਜਦੋਂ ਦੌੜਦਾ ਆ ਤੇ ਅੱਗੇ ਸ਼ਿਕਾਰੀ ਖਲੋਤਾ ਹੈ। ਜਦੋਂ ਉਹਦੀ ਰੇਂਜ ਵਿੱਚ ਆ ਗਿਆ ਤੇ ਉਹਨੇ ਤੀਰ ਮਾਰ ਕੇ ਹੀਰਨ ਨੂੰ ਸੁੱਟ ਲਿਆ। ਪਰ ਸਾਡੀ ਵੀ ਦੌੜ ਇਹੀ ਹੈ ਜੀ, ਸਾਨੂੰ ਵੀ ਦੁਨੀਆ ਦਾ ਚਾਨਣ ਦਿਖਦਾ। ਫਲਾਣੇ ਦੀ ਕੋਠੀ ਬਹੁਤ ਵੱਡੀ ਹੈ, ਇਹ ਚਾਨਣ ਹੈ, ਮੇਰੀ ਵੀ ਬਣ ਜਾਵੇ। ਫਲਾਣੇ ਦੀ ਗੱਡੀ ਬਹੁਤ ਵੱਡੀ ਹੈ, ਮੇਰੀ ਵੀ ਬਣ ਜਾਵੇ। ਫਲਾਣਾ ਤਾਂ ਬਹੁਤ ਸੋਹਣੀ ਰੋਟੀ ਖਾਂਦਾ, ਮੇਰੀ ਵੀ ਬਣ ਜਾਵੇ। ਮੈਂ ਕਹਿੰਦਾ ਰੱਬ ਸਭ ਨੂੰ ਗੱਡੀ ਦੇਵੇ, ਸਭ ਨੂੰ ਕੋਠੀ ਦੇਵੇ, ਸਭ ਨੂੰ ਰੱਬ ਵਧੀਆ ਤੋਂ ਵਧੀਆ ਸਤਿਗੁਰ ਜੀਵਨ ਦੇਵੇ। ਪਰ ਜਿੰਨਾ ਕੁ ਜੀਵਨ ਰੱਬ ਨੇ ਸਾਨੂੰ ਦਿੱਤਾ ਹੋਇਆ ਨਾ ਜੀ, ਇੰਨੇ ਕੁ ਜੀਵਨ ਪਾਉਣ ਵਾਸਤੇ ਵੀ ਬੜੇ ਲੋਕ ਤਰਸਦੇ ਆ। ਰੋਟੀ ਕੱਪੜਾ ਮਕਾਨ ਹੈ, ਕਈਆਂ ਕੋਲ ਤੇ ਵੀ ਨਹੀਂ ਹੈ। ਅਸੀਂ ਨਖਰੇ ਕਰਦੇ ਆ, ਨਹੀਂ ਖਾਣਾ, ਮੈਂ ਆ ਨਹੀਂ ਖਾਣਾ। ਬੜੇ ਲੋਕਾਂ ਰੂੜੀਆਂ ਤੋਂ ਚੁੱਕ ਚੁੱਕ ਕੇ ਵੀ ਰੋਟੀ ਖਾਂਦੇ ਆ। ਮੈਂ ਆ ਕੱਪੜਾ ਨਹੀਂ ਪਾਉਣਾ। ਆ ਠੰਡ 'ਚ ਤੁਸੀਂ ਦੇਖ ਲਿਓ, ਲੋਕਾਂ ਕੋਲ ਪਾਉਣ ਨੂੰ ਚੱਪਲਾਂ ਨਹੀਂ ਮਿਲਣੀ ਹੈ, ਪਾਉਣ ਨੂੰ ਕੋਟੀ ਨਹੀਂ ਹੋਣੀ ਆ, ਤਨ ਤੇ ਕੋਈ ਨੰਗੇ ਸਰੀਰ ਘੁੰਮਦੇ ਦੇਖੇ ਆ। ਉਹ ਕਿਉਂ ਅਸੀਂ ਰੱਬ ਦੇ ਸ਼ਰੀਕ ਬਣਦੇ ਪਏ ਆ। ਅਸੀਂ ਹੱਥ ਜੋੜ ਜੋੜ ਕੇ ਤਰਲਾ ਲਈਏ, ਪਰਮਾਤਮਾ ਵਾਹਿਗੁਰੂ ਜੀਓ ਤੁਸੀਂ ਮੈਨੂੰ ਸਭ ਕੁਝ ਦਿੱਤਾ ਆ, ਇਹ ਤੁਹਾਡੇ ਦਿੱਤੇ ਦਾ ਮੈਂ ਜਿੰਨਾ ਸ਼ੁਕਰਾਨਾ ਕਰਾਂ ਸਤਿਗੁਰੂ ਉਹਨਾਂ ਘੱਟ ਹੈ, ਉਹਨਾਂ ਘੱਟ ਹੈ। ਮਾਲਕ ਜੀ ਕਹਿੰਦੇ ਜਿਵੇਂ ਮਿਰਗ ਦੇਖ ਕੇ ਚਿੱਟਾ ਚਾਨਣ ਫਸੀ ਜਾਂਦਾ ਆ, ਅਸੀਂ ਵੀ ਦੁਨਿਆਵੀ ਮਾਇਆ ਦੇਖ ਦੇਖ ਕੇ ਫਸੀ ਜਾਂਦੇ ਆ ਜੀ। ਸੁਖ ਦੁਖ ਭਏ, ਨਿਤ ਪਾਪ ਕਮਾਇਣ। ਬੰਦਾ ਸੁੱਖ ਭਾਲਦਾ ਦੁੱਖਾਂ ਦੇ ਵਿੱਚ ਫਸ ਰਿਹਾ ਜੀ। ਇਹ ਨਾ ਭੁੱਲਿਓ ਕਿ ਦੇਖੋ ਜੇ ਸੁੱਖ ਹੈ ਤੇ ਦੁੱਖ ਆਉਣਾ ਹੈ, ਜੇ ਦਿਨ ਹੈ ਤੇ ਰਾਤ ਵੀ ਆਏਗੀ। ਜੇ ਇਸ ਕਰਕੇ ਜੇ ਅੱਜ ਸੁੱਖ ਹੈ ਤੇ ਹੌਲੀ ਹੌਲੀ ਇਹ ਵੀ ਦੇਖੋ ਦੁੱਖ ਆਏਗਾ। ਜੇ ਅੱਜ ਦੁੱਖ ਹੈ ਤੇ ਆਸ ਨਾ ਛੱਡੋ, ਸੁੱਖ ਵੀ ਆਏਗਾ। ਪਰ ਬੰਦਾ ਕਹਿੰਦਾ ਕਿ ਸ਼ਾਮ ਬਣੀ ਰਵੇ, ਸੁੱਖੇ ਬਣੇ ਰਵੇ, ਖੇੜੇ ਬਣੇ ਰਵੇ, ਨਹੀਂ। ਪਰ ਸਤਿਗੁਰ ਕਹਿੰਦੇ ਤੇਰਾ ਸੁਭਾਅ ਇਹ ਹੋਣਾ ਚਾਹੀਦਾ ਆ ਕਿ ਜੇ ਸੁਖ ਦੇਤਾ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ। ਜੇ ਭੁੱਖ ਦੇਤਾ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ।
ਸਾਡਾ ਸੁਭਾਅ ਇਹ ਹੋਣਾ ਚਾਹੀਦਾ ਹੈ। ਮਾਲਕ ਜੀ ਕਹਿੰਦੇ ਭਾਈ ਸੁੱਖ ਦੁੱਖ ਇਹ ਜੀਵਨ 'ਚ ਚੱਲਦੇ ਰਹਿਣੇ ਆ। ਸੁੱਖਾਂ ਨੂੰ ਪਾਉਣ ਵਾਸਤੇ ਬੰਦਾ ਪਾਪ ਕਮਾ ਰਿਹਾ ਜੀ। ਪਾਪਾ ਕਮਾਣੇ ਛੱਡ ਹੈ ਨਾਹੀ, ਲੈ ਚੱਲੇ ਘਾਤ ਗਲਾਵਿਆ। ਬੰਦਾ ਪਾਪ ਖੱਟ ਰਿਹਾ ਜੀ, ਕਾਹਦੇ ਵਾਸਤੇ? ਪਰ ਇੱਕ ਨਾ ਇੱਕ ਦਿਨ ਮੌਤ ਨੇ ਆ ਕੇ ਗਲੇ ਨਾਲ ਲਾ ਕੇ ਲੈ ਜਾਣਾ। ਚੱਲ ਭਾਈ ਬੜੇ ਪਾਪ ਖੱਟੇ ਨਾ, 1 ਸਾਲ ਤੋਂ ਪਾਪੇ ਖੱਟ ਰਹੇ ਸੀਗੇ, ਤੁਸੀਂ ਖੱਟ ਲਓ ਪਾਪ, ਕੋਈ ਗੱਲ ਨਹੀਂ। ਡਾਂਗਾ ਮਾਰਨੀਆਂ ਮਾਰ ਲਓ ਡਾਂਗਾ, ਗੱਡੀਆਂ ਚੜਾਉਣੀਆਂ ਚਾੜ ਦੋ ਗੱਡੀਆਂ, 1 ਨਹੀਂ 2 ਨਹੀਂ 3 ਨਹੀਂ 700 ਲਾਸ਼ਾਂ ਭੇਜੋਗੇ ਭੇਜ ਦਿਓ, ਕੋਈ ਚੱਕਰ ਨਹੀਂ ਹੈ, ਕੋਈ ਪਰਵਾਹ ਨਹੀਂ ਹੈ। ਨਾ ਤੁਹਾਡੀਆਂ ਡਾਂਗਾ ਤੋਂ ਡਰਾਂਗੇ, ਨਾ ਤੁਹਾਡੀ ਪਾਣੀ ਦੀ ਬੁਸ਼ਾਰਾ ਤੋਂ ਡਰਾਂਗੇ। ਤੁਸੀਂ ਲਾਸ਼ਾਂ 700 ਭੇਜੋਗੇ, ਕੋਈ ਪਰਵਾਹ ਨਹੀਂ। ਤੁਸੀਂ ਪਾਪ ਕਮਾਉਣਾ ਪਾਪ ਕਮਾਈ ਜਾਓ, ਪਰ ਇਹ ਸੱਚ ਦੀ ਜਿੱਤ ਅਸੀਂ ਲੜ ਰਹੇ ਹਾਂ ਲੜਾਈ, ਤੇ ਗੁਰੂ ਗੋਬਿੰਦ ਸਿੰਘ ਮਾਲਕ ਤੇ ਭਰੋਸਾ ਰੱਖ ਕੇ ਕਹਿੰਦੇ ਆ ਕਿ ਆਹ ਲੜਾਈ ਅਸੀਂ ਜਿੱਤ ਕੇ ਜਾਵਾਂਗੇ। ਪਾਪ ਜਿੰਨਾ ਮਰਜ਼ੀ ਇਕੱਠਾ ਹੋ ਜਾਵੇ, ਪਰ ਯਾਦ ਰੱਖਿਓ ਪਾਪ ਕਮਾ ਕਾਹਦੇ ਵਾਸਤੇ ਰਹੇ? ਪੌ ਦਾ ਮਹੀਨਾ ਆਰੰਭ ਹੋ ਜਾਣਾ ਕਿ ਸੂਬੇ ਨੇ ਪਾਪ ਘੱਟ ਕਮਾਇਆ ਜੀ। ਛੋਟੇ ਛੋਟੇ ਬੱਚਿਆਂ ਨੂੰ ਸਾਰਗਾ ਵੱਡੀਆਂ, ਮਾਤਾ ਗੁਜਰ ਕੌਰ ਨੂੰ ਬਜ਼ੁਰਗ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਜਾਂਦਾ ਆ। ਕਿੰਨਾ ਕੁਛ ਪਾਪ ਕਮਾਇਆ ਹੈ, ਪਰ ਅੱਜ ਪਾਪ ਦਾ ਨਾਮੋ ਨਿਸ਼ਾਨ ਨਹੀਂ ਹੈ, ਖਤਮ ਹੈ। ਬੜੇ ਹੋਣਗੇ ਜੀ ਇੱਥੇ ਪਾਪ ਕਮਾਉਣ ਵਾਲੇ, ਮਾਫ ਕਰਿਓ, ਜਿੱਤ ਸੱਚ ਦੀ ਹੋਣੀ ਹੈ। ਜਦੋਂ ਸਾਹਿਬਜ਼ਾਦਿਆਂ ਨੂੰ ਕੰਧਾਂ 'ਚ ਚਿਣਨ ਲੱਗੇ ਸੀ ਨਾ ਜੀ, ਛਾਤੀ ਤੱਕ ਕੰਧਾ ਆਏਗਾ ਤੇ ਇੱਕ ਵਾਰੀ ਡਿੱਗੇ, ਬੇਹੋਸ਼ ਹੋਏ। ਜਦੋਂ ਬੇਹੋਸ਼ ਹੋਏ ਤੇ ਯਾਦ ਰੱਖਿਓ ਸੂਬੇ ਨੇ ਕਹਿਣਾ ਦੀਆਂ ਤਲੀਆਂ ਮਸਿਓ। ਤਲੀਆਂ ਨੂੰ ਜਦੋਂ ਰਗੜਿਆ ਗਿਆ, ਹੋਸ਼ ਵਿੱਚ ਲਿਆਂਦਾ ਗਿਆ। ਹੋਸ਼ 'ਚ ਲਿਆਉਣ ਤੋਂ ਬਾਅਦ ਬਾਬਾ ਫਤਿਹ ਸਿੰਘ ਦੀਆਂ ਅੱਖਾਂ ਖੁੱਲੀਆਂ ਤੇ ਸੂਬਾ ਕਹਿੰਦਾ ਦੇਖ ਕਾਕਾ, ਉੱਪਰ ਇੱਲਾਂ ਕਿੰਨੀ ਉੱਚੀ ਉੜਦੀਆਂ ਆ, ਆਸਮਾਨ ਦੀ ਉਚਾਈ ਦੇਖ ਇੱਲਾਂ ਉੜਦੀਆਂ ਆ। ਬਾਬਾ ਜੀ ਕਹਿੰਦੇ ਹਾਂ ਦਿਸ ਰਹੀਆਂ ਆ। ਕਹਿੰਦਾ ਜੇ ਤੁਸੀਂ ਆਪਣਾ ਧਰਮ ਨਾ ਛੱਡਿਆ, ਤੇ ਸੱਚ ਦਾ ਪਹਿਰਾ ਨਾ ਛੱਡਿਆ, ਤੇ ਗੁਰੂ ਗੋਬਿੰਦ ਸਿੰਘ ਮਾਲਕ ਦਾ ਪੱਲਾ ਨਾ ਛੱਡਿਆ, ਇਸਲਾਮ ਨਾ ਕਬੂਲ ਕੀਤਾ, ਸਿੱਖੀ ਤੋਂ ਤੁਸੀਂ ਨਾ ਮੁਨਕਰ ਹੋਏ, ਆ ਜਿੰਨੀ ਉੱਚੀ ਇੱਲਾਂ ਉੜਦੀਆਂ ਆ, ਇੰਨੀ ਉੱਚੀ ਤੁਹਾਡੀਆਂ ਮਾਸ ਦੀਆਂ ਬੋਟੀਆਂ ਉੱਡਣਗੀਆਂ। ਤੇ ਬਾਬਾ ਫਤਿਹ ਸਿੰਘ ਨੇ ਜਵਾਬ ਦਿੱਤਾ, ਕਹਿੰਦੇ ਸੂਬਿਆ ਮੈਨੂੰ ਨਹੀਂ ਪਤਾ ਸਾਡੇ ਮਰਨ ਤੋਂ ਬਾਅਦ ਕੀ ਹੋਣਾ, ਸਾਡੀ ਸ਼ਹੀਦੀ ਤੋਂ ਬਾਅਦ ਕੀ ਹੋਣਾ, ਪਰ ਇੱਕ ਤੇਰੇ ਨਾਲ ਵਾਅਦਾ ਕਰਕੇ ਚੱਲੇ ਆ, ਇੱਕ ਤੇਰੇ ਨਾਲ ਵਾਅਦਾ ਕਰਕੇ ਚੱਲੇ ਆ। ਉਹ ਵਾਅਦਾ ਇਹ ਹੈ ਕਿ ਸਾਡੇ ਜਾਣ ਤੋਂ ਬਾਅਦ ਜਿੰਨੀ ਉੱਚੀ ਇੱਲਾਂ ਉੱਡਦੀਆਂ ਨੇ, ਇੰਨੀ ਉੱਚੀ ਮਾਸ ਦੀਆਂ ਬੋਟੀਆਂ ਉੱਡਣ ਚਾਹੇ ਨਾ ਉੱਡਣ ਸਾਨੂੰ ਨਹੀਂ ਪਤਾ, ਪਰ ਸਾਡੇ ਜਾਣ ਤੋਂ ਬਾਅਦ ਜਿੰਨੀ ਉੱਚੀ ਇਹ ਇੱਲਾਂ ਉੱਡਦੀਆਂ ਆ, ਇਸੇ ਧਰਤੀ ਤੇ ਇੰਨੀ ਉੱਚੀ ਨਿਸ਼ਾਨ ਸਾਹਿਬ ਝੁੱਲਣਗੇ। ਸਤਿ ਸ੍ਰੀ ਅਕਾਲ। ਨਾ ਜ਼ੋਰ ਕਿੰਨਾ ਜ਼ੋਰ ਲਾਉਣਾ, ਸਦਾ ਸਬਰ ਹੀ ਜ਼ਬਰ ਤੋਂ ਜਿੱਤਦਾ ਏ, ਇਸ ਲਈ ਖੁਦਾ ਨੂੰ ਯਾਦ ਕਰੀਏ। ਤੈਨੂੰ ਕਸਮ ਹੈ ਜੇ ਜ਼ੁਲਮ ਤੋਂ ਕਰੇ ਤੋਬਾ, ਸਾਨੂੰ ਕਸਮ ਹੈ ਜੇ ਅਸੀਂ ਫਰਿਆਦ ਕਰੀਏ। ਅਸੀਂ ਵੀ ਫਰਿਆਦ ਨਹੀਂ ਕਰਨੀ। ਬੰਦਾ ਪਾਪ ਖੱਟ ਰਿਹਾ ਜੀ, ਪਾਪ ਕਮਾ ਰਿਹਾ ਆ। ਸਤਿਗੁਰ ਜੀ ਕਹਿੰਦੇ ਪਰ ਪਾਪ ਖੱਟ ਕਾਦੇ ਵਾਸਤੇ ਰਿਹਾ ਆ? ਇਹਨੂੰ ਇਹ ਨਹੀਂ ਸਮਝ ਪੈਂਦੀ ਕਿ ਇਹਨਾਂ ਪਾਪਾਂ ਦਾ ਮੈਨੂੰ ਰੱਬ ਦੇ ਘਰ ਦੇ ਵਿੱਚ ਜਾ ਕੇ ਲੇਖਾ ਜੋਖਾ ਦੇਣਾ ਪੈਣਾ ਜੀ। ਹਾਰ ਚੰਦ ਓਰੇ ਦੇਖ ਮੁਠਾ, ਕੂੜਾ ਸੇਜਾ ਰਾਵਿਆ। ਕਹਿੰਦੇ ਬੰਦਾ ਜਿਵੇਂ ਹਰ ਚੰਦੂਰੀ ਦੀ ਗੱਲ ਕੀਤੀ ਜਾਂਦੀ ਹੈ ਕਿ ਬੱਦਲਾਂ ਦੀ ਕਿ ਐਸੀ ਦਿੱਖ ਹੈ ਜਿਵੇਂ ਬਹੁਤ ਪਿਆਰੀ ਲੱਗਦੀ ਹੈ, ਪਰ ਸਤਿਗੁਰ ਜੀ ਕਹਿੰਦੇ ਅਸਲ ਤੋਂ ਦੇਖੀ ਹੀ ਹੈ, ਨਾ ਉਹ ਹੱਥ ਵਿੱਚ ਆਉਂਦੀ ਹੈ ਨਾ ਪਕੜ ਵਿੱਚ ਆਉਂਦੀ ਹੈ, ਇੱਕ ਭੁਲੇਖਾ ਕਹਿ ਲਓ, ਇੱਕ ਭੁਲੇਖੇ ਦੀ ਤਰ੍ਹਾਂ ਆ। ਕਹਿੰਦੇ ਇਹ ਇਸ ਤਰ੍ਹਾਂ ਇੱਕ ਸੁੱਖਾ ਦੀ ਸੇਜ ਦਾ ਭੁਲੇਖਾ ਪਾਈ ਬੈਠਾ ਆ, ਪਾਪ ਦੇ ਰਸਤੇ ਤੇ ਤੁਰ ਕੇ ਸ਼ਾਇਦ ਮੈਨੂੰ ਸੁੱਖ ਮਿਲ ਜਾਵੇ, ਪਰ ਸੱਚਾਈ ਇਹ ਹੈ ਕਿ ਪਾਪ ਦੇ ਰਸਤੇ ਤੇ ਥੋੜਾ ਕੁ ਸਮਾਂ ਤੇ ਇਹਨੂੰ ਆਰਾਮ ਮਿਲੇਗਾ, ਪਰ ਆਪਣੇ ਜੀਵਨ 'ਚ ਇਹ ਕੰਡੇ ਬੀਜ ਰਿਹਾ ਆ, ਜਿਹੜੇ ਕੰਡੇ ਇਹਨੂੰ ਆਉਣ ਵਾਲੇ ਸਮੇਂ 'ਚ ਵੱਢਣੇ ਪੈਣੇ ਜੀ। ਲੱਭ ਲੋਭ ਅਹੰਕਾਰ ਮਾਤਾ,
ਗਰਭ ਭਇਆ ਸਮਾਇਣ। ਕਹਿੰਦੇ ਹੰਕਾਰ ਦੇ ਵਿੱਚ, ਲਾਲਚ ਦੇ ਵਿੱਚ, ਲੋਭ ਦੇ ਵਿੱਚ ਇਹ ਬੰਦਾ ਗਲਤਾਨ ਹੋਇਆ। ਹੰਕਾਰ ਦੇ ਵਿੱਚ, ਗਰਭ ਦੇ ਵਿੱਚ ਐਡਾ ਗਲਤਾਨ ਹੋਇਆ ਆ ਕਿ ਕਿਸੇ ਦੀ ਪਰਵਾਹ ਨਹੀਂ ਕਰ ਰਿਹਾ ਜੀ, ਕਿਸੇ ਦੀ ਪਰਵਾਹ ਨਹੀਂ ਕਰ ਰਿਹਾ, ਕਿਸੇ ਤੋਂ ਡਰਦਾ ਨਹੀਂ, ਕਹਿੰਦਾ ਮੈਂ ਕਿਸ ਤੋਂ ਨਹੀਂ ਡਰਦਾ, ਮੈਨੂੰ ਕਿਸੇ ਦੀ ਪਰਵਾਹ ਨਹੀਂ। ਹੰਕਾਰ ਵਿੱਚ ਇਹ ਬੰਦਾ ਤੁਰਿਆ, ਐਡਾ ਗਲਤਾਨ ਹੋਇਆ ਜੀ। ਨਾਨਕ ਮਿਰਗ ਅਗਿਆਨ ਬਿਨਸੈ ਨਹ ਮਿਟੈ ਆਵਣ ਜਾਣ। ਜਿਹੜੇ ਰਾਹ ਤੇ ਇਹ ਤੁਰਿਆ ਨਾ ਜੀ, ਇਹ ਮ੍ਰਿਗ ਰੂਪੀ ਜੀਵ, ਨਾ ਤਾਂ ਇਹਦੀ ਅਗਿਆਨਤਾ ਮਿਟੇਗੀ ਤੇ ਨਾ ਇਹਦਾ ਆਉਣਾ ਜਾਣਾ ਮਿਟਣਾ ਆ। ਆਉਣਾ ਜਾਣਾ ਪ੍ਰਮਾਤਮਾ ਨੇ ਤਾਂ ਮਿਟਣਾ ਜੇ ਤੂੰ ਪ੍ਰਮਾਤਮਾ ਦੇ ਕਹੇ ਤੇ ਤੁਰੇਗਾ। ਹੁਕਮ ਰਜ਼ਾਈ ਚੱਲਣ ਆ ਰਸਤਾ ਪ੍ਰਮਾਤਮਾ ਦਾ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤਿਸ ਭਾਵੇ ਨਾਨਕਾ ਸਾਈ। ਗੱਲ ਚੰਗੀ, ਜਦੋਂ ਇਸ ਰਾਹ ਤੇ ਤੁਰੇਗਾ ਤੇ ਮੇਰੇ ਮਾਲਕ ਜੀ ਕਹਿੰਦੇ ਕਿ ਭਾਈ ਤਾਂ ਹੀ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪ੍ਰਵਾਨਿਆ ਜਾਏਗਾ, ਨਹੀਂ ਤਾਂ ਨਾ ਤੇਰੀ ਅਗਿਆਨਤਾ ਮਿਟਣੀ ਹੈ ਤੇ ਨਾ ਸਤਿਗੁਰ ਕਹਿੰਦੇ ਤੇਰਾ ਆਉਣ ਜਾਣ ਮਿਟਣਾ ਜੀ। ਮਿੱਠਾ ਮੱਖ ਮੂਆ ਕਿਉਂ ਲਾਏ ਉਡਾਰੀ। ਜਿਵੇਂ ਤੁਸੀਂ ਦੇਖਿਓ ਨਾ ਪਿੰਡਾਂ ਦੇ ਵਿੱਚ ਘਲਾੜੀਆਂ ਲੱਗਦੀਆਂ ਗੁੜ ਵਾਲੀਆਂ ਨਾ ਜੀ, ਜਦੋਂ ਤੁਸੀਂ ਦੇਖੋਗੇ ਉਹ ਗਰਮ ਗਰਮ ਗੁੜ ਸੁੱਟਦੇ ਆ ਕੇ ਉਹ ਕੱਢਦੇ ਆ, ਉਹਦੇ ਪਰ ਮੱਖੀ ਆ ਕੇ ਬੈਠ ਜਾਂਦੀ ਹੈ ਤੇ ਮੱਖੀ ਬੜੀ ਖੁਸ਼ ਹੁੰਦੀ ਹੈ, ਕਹਿੰਦੀ ਅੱਜ ਤੱਕ ਕਮਾਲ ਹੋ ਗਈ ਹੈ, ਸਾਰਾ ਗੁੜ ਮੇਰਾ ਹੀ ਹੈ, ਹੁਣ ਮੇਰੀ ਜ਼ਿੰਦਗੀ ਸੌਖੀ ਹੈ। ਹਲੇ ਗਰਮ ਗਰਮ ਤੇ ਆ ਕੇ ਬਹਿ ਜਾਂਦੀ ਆ। ਜਦੋਂ ਗੁੜ ਹੌਲੀ ਹੌਲੀ ਸੁੱਕਦਾ ਆ, ਹੁਣ ਉਹ ਸੋਚਦੀ ਹੈ ਕਿ ਥੋੜਾ ਬਹੁਤਾ ਮੈਂ ਆਂਢ ਗੁਆਂਢ ਨੂੰ ਵੀ ਆਵਾਜ਼ ਮਾਰ ਲਵਾਂ। ਜਦੋਂ ਉੱਠਣ ਲੱਗਦੀ ਹੈ ਤੇ ਗੁੜ ਸੁੱਕਣ ਕਰਕੇ ਉਹਦੇ ਪੈਰ ਗੁੜ ਦੇ ਵਿੱਚ ਫਸ ਜਾਂਦੇ ਆ। ਇੰਨੇ ਨੂੰ ਉਹ ਦੂਜਾ ਫਿਰ ਭਰਦਾ ਆ, ਉਹ ਫਿਰ ਸੁੱਟ ਦਿੰਦਾ ਆ। ਜਿਹੜੀ ਮੱਖੀ ਇਹ ਸੋਚੀ ਬੈਠੀ ਸੀ ਆਹ ਗੁੜ ਮੇਰੀ ਜ਼ਿੰਦਗੀ ਹੈ, ਹੁਣ ਇਹ ਗੁੜ ਦੇ ਨਾਲ ਮੈਂ ਸਾਰੀ ਜ਼ਿੰਦਗੀ ਆਨੰਦ ਮਾਣਨਾ ਆ, ਦੂਜਾ ਗੁੜ ਉੱਪਰ ਗਰਮ ਪਿਆ ਤੇ ਉਹਨੇ ਗੁੜ ਦੇ ਵਿੱਚ ਖਤਮ ਕਰ ਦਿੱਤਾ, ਗਲਤਾਨ ਕਰ ਦਿੱਤਾ। ਸਾਡੀ ਵੀ ਸੋਚ ਇਹੀ ਹੈ ਜੀ। ਅਸੀਂ ਸੋਚਦੇ ਆ ਕਿ ਸ਼ਾਇਦ ਆ ਜਿਹੜਾ ਮਾਹੌਲ ਮੇਰੇ ਘਰ ਦਾ ਆ, ਕੋਠੀ ਆ ਗਈ ਮੇਰੇ ਕੋਲ, ਕਾਰ ਆ ਗਈ ਮੇਰੇ ਕੋਲ, ਪੈਸਾ ਆ ਗਿਆ ਮੇਰੇ ਕੋਲ, ਪ੍ਰਾਪਰਟੀ ਆ, ਮੇਰੇ ਧੀ ਪੁੱਤ ਹੈ, ਸ਼ਾਇਦ ਮੇਰੀ ਹੀ ਜ਼ਿੰਦਗੀ ਹੈ। ਪਰ ਮਾਫ ਕਰੋ, ਕਈ ਵਾਰ ਬੰਦਾ ਇਸੇ ਵਿੱਚ ਗਲਤਾਨ ਹੋ ਕੇ ਖਤਮ ਹੋ ਜਾਂਦਾ। ਅਰਦਾਸ ਕਰਿਆ ਕਰੋ ਸਤਿਗੁਰ ਦੇ ਅੱਗੇ। ਜਿਹੜਾ ਧੀ ਪੁੱਤ ਕਈ ਵਾਰੀ ਮੰਗ ਕੇ ਲਿੱਤਾ ਹੁੰਦਾ ਨਾ ਅਰਦਾਸਾਂ ਕਰ ਕਰਕੇ ਜੀ, ਮਾਫ ਕਰਿਓ, ਉਹ ਵੀ ਬਹੁਤ ਕੁਝ ਦਿਖਾ ਜਾਂਦਾ ਹੈ, ਸਭ ਕੁਝ ਬਰਬਾਦ ਕਰ ਜਾਂਦਾ ਹੈ। ਇੱਥੇ ਕੱਲੀ ਪੁੱਤਾਂ ਲਈ ਧੀਆਂ ਲਈ ਅਰਦਾਸ ਨਾ ਕਰੋ, ਉੱਥੇ ਇਹ ਵੀ ਅਰਦਾਸ ਕਰੋ ਕਿ ਸਤਿਗੁਰ ਜੇ ਧੀ ਦੇ ਦੇ ਚਾਹੇ ਪੁੱਤ ਦੇ ਦੇ, ਮਾਲਕ ਜੀ ਮੇਰੀ ਔਕਾਤ ਨਹੀਂ ਕਿ ਮੈਂ ਇਹਨਾਂ ਨੂੰ ਪਾਲ ਸਕਾਂ, ਤੇ ਤੂੰ ਤਰਸ ਕਰੀ ਮਾਲਕ, ਆਪਣੀ ਮੱਤ ਦਈ, ਤੇਰੀ ਮੱਤ ਨਾਲ ਜਦੋਂ ਮੇਰਾ ਬੱਚਾ ਪਲੇਗਾ ਤੇ ਕਦੇ ਵੀ ਮੇਰੇ ਵਿਰੁੱਧ ਨਹੀਂ ਚੱਲੇਗਾ, ਕਦੇ ਵੀ ਵਿਰੋਧ ਨਹੀਂ ਚੱਲੇਗਾ। ਇਹ ਵੀ ਅਰਦਾਸਾਂ ਕਰੀਏ। ਮਾਲਕ ਜੀ ਕਹਿੰਦੇ ਕਿ ਮੱਖੂ ਜਿਹੜਾ ਆ, ਮੱਖੀ ਜਿਹੜੀ ਆ ਗੁੜ ਤੇ ਜਿਵੇਂ ਬੈਠਦੀ ਆ, ਗੁੜ ਵਿੱਚੇ ਗਲਤਾਨ ਹੋ ਜਾਂਦੀ ਆ। ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਬੰਦਾ ਮਾਇਆ ਵਿੱਚ ਹੀ ਗਲਤਾਨ ਹੋ ਰਿਹਾ ਜੀ। ਹਸਤੇ ਗਰਤ ਪਿਆ ਕਿਉਂ ਤਾਰੀਐ ਤਾਰੇ। ਏਡਾ ਵੱਡਾ ਜਾਨਵਰ ਹੈ ਹਾਥੀ, ਜਿਹੜਾ ਵੱਡੇ ਵੱਡੇ ਦਰਖਤ ਵੀ ਪੱਟ ਦਿੰਦਾ ਆ, ਵੱਡੇ ਗੇਟ ਵੀ ਤੋੜ ਦਿੰਦਾ ਆ। ਪਰ ਜਦੋਂ ਉਹਨੂੰ ਫਸਾਉਣਾ ਹੋਵੇ ਨਾ ਜੀ, ਸ਼ਿਕਾਰੀ ਉਹਨੂੰ ਪਕੜਦਾ, ਇੱਕ ਟੋਆ ਪੱਟ ਲੈਂਦਾ, ਉਹਦੇ ਉੱਪਰ ਕਾਗਜ਼ ਦੀ ਇੱਕ ਛੋਟੀ ਜੀ ਹੰਥਣੀ ਬਣਾ ਕੇ ਸਟੈਚੂ ਦੇ ਰੂਪ ਦੇ ਵਿੱਚ ਖੜੀ ਕਰ ਦਿੰਦਾ। ਮਾਫ ਕਰਿਓ, ਜਦੋਂ ਵਿਕਾਰ ਦਾ ਮਾਰਿਆ ਉਹ ਭੱਜਿਆ ਹੁੰਦਾ ਨਾ ਜੀ, ਜਦੋਂ ਉੱਥੇ ਪਹੁੰਚਦਾ ਆ, ਉਸ ਥਾਂ ਤੇ ਪਹੁੰਚਦਾ ਤੇ ਟੋਏ ਵਿੱਚ ਡਿੱਗ ਜਾਂਦਾ ਹੈ। ਸਾਨੂੰ ਵੀ ਆ ਦੁਨੀਆ ਇਹ ਇਦਾਂ ਹੀ ਲੱਗ ਰਹੀ ਹੈ ਜੀ ਕਿ ਇੱਥੇ ਵੀ ਸੁੱਖ ਹੈ, ਇੱਥੇ ਵੀ ਸੁੱਖ ਹੈ, ਉੱਥੇ ਵੀ ਸੁੱਖ ਹੈ, ਬਹੁਤ ਕੁਝ ਭਟਕ ਰਹੇ ਆ। ਪਰ ਮਾਫ ਕਰਿਓ, ਜਿਉਂ-ਜਿਉਂ ਇਹਨਾਂ ਦੇ ਮਗਰ ਭੱਜਦੇ ਆ ਤੇ ਤਿਉਂ-ਤਿਉਂ ਟੋਏ ਵਿੱਚ ਡਿੱਗ ਰਹੇ ਆ। ਟੋਏ ਚੋਂ ਨਿਕਲ ਨਹੀਂ ਰਹੇ, ਦੁੱਖਾਂ ਚੋਂ ਨਿਕਲ ਨਹੀਂ ਰਹੇ, ਹੋਰ ਦੁੱਖ ਸਰੇੜ ਰਹੇ ਆ, ਹੋਰ ਦੁੱਖਾਂ ਨੂੰ ਆਵਾਜ਼ ਮਾਰ ਰਹੇ ਆ। ਜਦੋਂ ਉੱਥੇ ਵੀ ਗਿਆ, ਮੈਂ ਉੱਥੇ ਵੀ ਗਿਆ, ਉੱਥੋਂ ਵੀ ਨਹੀਂ ਕੁਝ ਮਿਲਿਆ, ਇੱਥੇ ਵੀ ਨੱਕ ਰਗੜਿਆ, ਉੱਥੇ ਵੀ ਨੱਕ ਰਗੜਿਆ, ਕੱਖ ਨਾ ਮਿਲਿਆ। ਉਦੋਂ ਇੱਕ ਗੱਲ ਯਾਦ ਰੱਖਿਓ, ਦੁਨੀਆ ਦੇ ਸਾਰੇ ਦਰਵਾਜ਼ੇ ਛੱਡ ਕੇ ਇੱਕ ਵਾਰੀ ਗੁਰੂ ਨਾਨਕ ਦੇ ਦਰਵਾਜ਼ੇ ਤੇ ਆ ਕੇ ਮੱਥਾ ਟੇਕ ਦਿਓ। ਜਦੋਂ ਗੁਰੂ ਨਾਨਕ ਦੇ ਦਰਵਾਜ਼ੇ ਤੇ ਮੱਥਾ ਟੇਕੋਗੇ, ਗੁਰੂ ਨਾਨਕ ਦੇ ਪਾਸ਼ਾ ਦਾ ਘਰ ਭਿਖਾਰੀਆਂ ਨੂੰ ਵੀ ਰਾਜਾ ਬਣਾ ਦਿੰਦਾ ਹੈ।
एक बार आके तो देखिए, हम रुलते फिरते कोई बात ना पूछता। मालिक कहने देखो भाई की तो की सतगुर ने खेड वरताई है, और दुनिया के दरवाजे छड़ के एक बारी रब दे दर दा होके तां देख। मालिक जी कहने एवें ना विकारा च फस, खड्डियां च डिगेगा ते खड्डियां च डिग के गुलाम बन के रह जाएगा। गुलाम ते गुलाम दी कोई जिंदगी नहीं होंदी। ते सतगुर जी दे दर ते पहुंच, इत्थे मालिक आजादी सिखाउंदे आ। ते आजादी जदों सानू सतगुर सिखाउंदे आ, उदों मालिक जी दा सिख फिर एक गल कह दिंदा आ कि मैनू ना तां चमकौर दी गड़ी कुछ कह सकदी है, ते ना तां मैनू फिर सरहंद दियां दीवारां कुछ कह सकदी है। इत्थे एक नहीं दो नहीं, जिन्ने मर्जी सूबे खड़े होण। सूबे ने कहा बच्चिओ तुहानू छड्ड दिता जावे, की करोगे? ते बच्चियां ने गड़ के जवाब दिता, कहना पहली गल तू सानू छड्डना नहीं, दूजी गल जे छड्डिया आ तेरे नाल वादा करदे आ जंगल जावांगे, सिख इकट्ठे करांगे, सिख इकट्ठे करके सब तो पहला तेरी धौन वड्डांगे। ਇਹ ਸਾਡੇ ਘਰ ਦਾ ਸਿਧਾਂਤ ਹੈ। मालिक कहने जो दरवाजे नू छड़ के दूजे दे दरदा बनेगा ना, फिर तेरी आजादी खत्म हो जाएगी, गुलाम बन जाएगा। तो मालिक ने सानू आजादी सिखाई है। जिमें हाथी खड्डे च डिग्या विकारा पिछे ला के, असी भी विकारा पिछे ला के खड्डे च ना डिगीए जी। तारन दोहेला पाया खिन मह, खासम चेत ना आयो। परमात्मा ने इस संसार दे विच असीं रह रहे हैं, जे तो परमात्मा चेते है फिर यह भव सागर पार है। पर जे परमात्मा नू भुल गए तो मालिक जी कहने फिर डुब जाओगे, फिर डुब जाओगे। धन गुरु कलगीधर पातशाह दी दरिया दे कंढे खड़े मालिक ने पत्थर चुकिया जी अपने हाथ च। सतगुरु कहते इधर सुटिया, इधरों पकड़ लिया, इधरों सुटिया जी इधर पकड़ लिया। वो पत्थर डिग गया, जो डिग गया तो पानी च डुब गया। नाल खड़े सिखां नूं पुछया सतगुर ने, कहने पत्थर क्यों डुब गया? किसी सिख ने जवाब दिता, कहने सतगुर पानी का सुभाव आ कि भारी चीज़ों नूं डोब दिंदा है। किसी ने कहा जी पत्थर हल्का पानी भारा हुंदा है तां करके डुब गया। ते कोल खड़े सी भाई नंद लाल सिंह जी। सतगुर कहने भाई नंद लाल सिंह जी तुसी दस्सिओ ये पत्थर क्यों डुब गया? ते भाई नंद लाल सिंह ने इको गल कही, कहने मालिक मैनू नहीं पता कि पत्थर भारा है, सतगुर मैनू नहीं पता पानी भारा है, मैं तो एक गल जानदा कि जेड़ा तेरे हाथ तो निकल गया डुब गया, वो डुब गया जी। बाणी तो दूर हो गए, गुरु मालिक दे हाथ चों निकल गए। माफ करियो, नितनेम तो दूर हो गए, गुरु दे हाथ ते निकल गए। गुरु दे स्थान तो दूर हो गए, हाथ तो निकल गए। इत्थे खड़ के एक प्रण करके जाओ कि साडा धड़ दे नालों सिर तां वख हो जावे, पर असीं गुरु दी हजूरी च कवांगे कि सिर जावे तां जावे पर मेरा सिੱਖੀ सिदक ना जावे। ਅਸੀਂ तेरा दर नहीं छड्डना, तेरा दर नहीं छड्डना, तेरा दर छड्डांगे, तेरे सिद्धांत नूं छड्डांगे, तेरी बाणी नूं छड्डांगे, असीं डुੱਬ जावांगे। ते मालिक जी कहने कि भाई जदों दूजे पासे चित जोड़ेगा, आ जिहड़ा विखम सागर तू देखदा, संसार देखदा, तू इहदे विच डुੱਬ जाना आ। जे तू अकाल पुरख वाहिगुरू नाल चित ना जोड़ सकिया, जे सतगुर दे नाल तू चित जोड़ लिया, जिवें मक्खण शाह लुबाणे दा डुੱਬदा बेड़ा धन धन श्री गुरु तेग बहादुर पातशाह ने पार कर दिता। ते गुरु तेग बहादुर पातशाह दे स्थान ते बैठे हो ते कहो सतगुर जिवें मक्खण शाह लुबाणे दा बेड़ा पार कीता। बोलो जी, जिवें मक्खण शाह लुबाणे दा बेड़ा पार कीता ते सतगुर किरपा करी विकारा दी लहर दे विच आ जिंदगी दा बेड़ा भी डुੱਬदा जा रहा आ, ते मालिक किरपा करीगा जिंदगी दे बेड़े नूं भी पार कर दिओ। सतगुर एडा दयालु है, मालिक अपना मोढा दे के जे मक्खण शाह लुबाणे दा बेड़ा पार कर सकदा है, ते गुरु मालिक फिर गुरबाणी दा हाथ पकड़ा के साडी जिंदगी दा बेड़ा भी पार कर सकदा है। सतगुर जी कहने कई आ संसार तुसी देखदे हो, ये औखा है, तरना औखा है। गुरबाणी तो बिना उस अकाल पुरख वाहिगुरु दे नाल चित जोड़े तो बिना जी। दुखा सजाए गाणत नाहे, किया आप
ਆਪਣਾ ਪਾਇਓ। ਦੁੱਖਾਂ ਦੇ ਪਿੱਛੇ ਲੱਗ ਕੇ ਜਿਹੜੀ ਸੇਜ ਅਸੀਂ ਇਕੱਠੀ ਕਰ ਰਹੇ ਹਾਂ, ਉਹ ਸੇਜ ਦੇ ਨਾਲ ਕਿੰਨੇ ਕੁ ਪਾਪ ਕਮਾ ਲਏ ਆ ਜੀ ਅਸੀਂ, ਉਹਦੀ ਫਿਰ ਗਿਣਤੀ ਕੋਈ ਨਹੀਂ ਹੈ। ਕਿੰਨੇ ਕੁ ਪਾਪ ਕਮਾ ਲਏ, ਕਿੰਨੇ ਕੁ ਪਾਪ ਸਾਡੇ ਸਿਰ ਤੇ ਆ ਗਏ ਆ ਜੀ, ਕੋਈ ਗਿਣਤੀ ਨਹੀਂ ਹੈ। ਤੇ ਮਾਲਿਕ ਜੀ ਕਹਿੰਦੇ ਇੱਕ ਗੱਲ ਯਾਦ ਰੱਖੀ, ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਤੇਰੇ ਕੀਤੇ ਹੋਏ ਕਰਮਾਂ ਦਾ ਨਿਬੇੜਾ ਹੋਣਾ। ਕਿਸੇ ਨੇ ਨਹੀਂ ਛਡਾਉਣਾ। ਕਿਸੇ ਦੀ ਦੁਨਿਆਵੀ ਤੌਰ ਤੇ ਵਿਚਰਦਿਆਂ ਕਿਸੇ ਦੀ ਸਿਫਾਰਿਸ਼ ਕੰਮ ਕਰ ਜਾਂਦੀ ਹੈ, ਪਰ ਰੱਬ ਦੇ ਘਰ 'ਚ ਇੱਕੋ ਇੱਕ ਸਿਫਾਰਿਸ਼ ਕੰਮ ਕਰਨੀ ਹੈ, ਉਹ ਤੇਰੇ ਕਰਮਾਂ ਦੀ। ਤੇ ਤੇਰੇ ਕਰਮ ਉੱਥੇ ਜਾ ਕੇ ਸਿਫਾਰਿਸ਼ ਦੇਣਗੇ ਕਿ ਹਾਂ ਇਹ ਬੰਦੇ ਨੇ ਸਹੀ ਅਸਲ 'ਚ ਚੰਗੇ ਕਰਮ ਕੀਤੇ ਹੈ, ਤੇ ਤਾਂ ਤੇਰਾ ਛੁਟਕਾਰਾ ਹੋਣਾ, ਨਹੀਂ ਤਾਂ ਦੁਨੀਆ ਦੀ ਕੋਈ ਤਾਕਤ ਤੈਨੂੰ ਛੁਡਾ ਨਹੀਂ ਸਕਦੀ। ਸਤਿਗੁਰ ਕਹਿੰਦੇ ਕਰਮ ਚੰਗੇ ਕਰ, ਦੁੱਖਾਂ ਦੀ ਸੇਜ ਤੂੰ ਜਿਹੜੀ ਵਿਛਾਰਿਆ ਆ, ਇਹ ਦੁੱਖਾਂ ਦੀ ਸੇਜ ਤੇਰੇ ਲਈ। ਸਤਿਗੁਰ ਜੀ ਕਹਿੰਦੇ ਭਾਈ ਇਹ ਮਾੜੇ ਕਰਮ ਨੇ, ਇਹ ਮਾੜੇ ਕਰਮਾਂ ਨਾਲ ਕਦੇ ਛੁਟਕਾਰਾ ਨਹੀਂ ਹੋਣਾ ਜੀ। ਗੁੱਜਾ ਕਮਾਣਾ ਪ੍ਰਗਟ ਹੋਆ, ਏਤ ਉਤਹ ਖੁਆਰੇ। ਜ਼ਰੂਰੀ ਨਹੀਂ ਹੈ ਕਿ ਜੋ ਪਾਪ ਪ੍ਰਗਟ ਹੋ ਗਿਆ ਉਹ ਪਾਪ ਹੈ। ਗੁੱਜਾ ਦਾ ਅਰਥ ਲੁਕਿਆ ਹੋਇਆ। ਹੱਟ ਪਟਣ ਬਿਜ ਮੰਦਰ ਭੰਨੇ, ਕਰ ਚੋਰੀ ਘਰ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛਪਾਵੇ। ਖੜਕੇ ਆਪਾਂ ਨੇ ਅਰਦਾਸ ਨਾ ਕਰੀਏ ਸਤਿਗੁਰ ਦੇ ਚਰਨਾਂ 'ਚ, ਮਾਲਕ ਜੀ ਹੈ ਤਾਂ ਮੈਂ ਪਾਪੀ ਹਾਂ, ਹੈ ਤਾਂ ਮੈਂ ਪਾਪੀ ਹਾਂ, ਮੈਂ ਘਰ ਵਿੱਚ ਕੁਛ ਹੋਰ ਆ ਤੇ ਬਾਹਰ ਕੁਛ ਹੋਰ ਹੈ, ਮੈਂ ਆਪਣੇ ਕਮਰੇ ਵਿੱਚ ਕੁਛ ਹੋਰ ਹੈ ਪਰ ਤੇਰੇ ਦਰ ਤੇ ਬੈਠਾ ਹੋਇਆ ਕੁਛ ਹੋਰ ਹੈ। ਮਾਲਕ ਜੀ ਮੈਂ ਦੁਨੀਆ 'ਚ ਵਿਚਰਦਾ ਕੁਛ ਹੋਰ ਹੈ ਤੇ ਆਪਣੇ ਘਰ 'ਚ ਵਿਚਰਦਾ ਕੁਛ ਹੋਰ ਹੈ। ਪਰ ਤੁਸੀਂ ਯਾਦ ਰੱਖਿਓ ਜੀ, ਗੁਰੂ ਦਿਆਲੂ ਕਿੰਨਾ ਹੈ। ਦੁਨਿਆਵੀ ਤੌਰ ਤੇ ਸਾਡੇ ਰਿਸ਼ਤੇਦਾਰ, ਸਾਡੇ ਖੂਨ ਦੇ ਰਿਸ਼ਤਿਆਂ ਨੂੰ ਸਾਡਾ ਕੋਈ ਛੋਟਾ ਜਿਹਾ ਅਵਗੁਣ ਪਤਾ ਲੱਗ ਜਵੇ, ਦੂਰ ਤੋਂ ਦਰਵਾਜ਼ੇ ਬੰਦ ਕਰ ਦਿੰਦੇ ਆ, ਕਹਿੰਦੇ ਉਹ ਬੰਦਾ ਮਾੜਾ ਆ, ਆਪਣੇ ਘਰ ਨਾ ਆਵੇ, ਉਹਨੂੰ ਘਰ ਨਾ ਲੈ ਕੇ ਆਇਓ, ਉਹਨੂੰ ਬੁਲਾਉਣਾ ਨਹੀਂ ਹੈ, ਉਹਦੇ ਨਾਲ ਕੋਈ ਬੋਲ ਚਾਲ ਨਹੀਂ ਰੱਖਣੀ। ਤੇ ਮੈਂ ਕਹਿੰਦਾ ਕਿ ਸਤਿਗੁਰ ਕਿੱਡਾ ਦਿਆਲੂ ਹੈ, ਉਹ ਮੇਰੇ ਅੰਦਰ ਦੇ ਸਾਰੇ ਅਵਗੁਣ ਜਾਣਦਾ ਆ। ਜਦੋਂ ਵੀ ਮੈਂ ਉਹਦੇ ਦਰ ਤੇ ਆਉਂਦਾ, ਉਹ ਕਹਿੰਦਾ ਕੋਈ ਗੱਲ ਨਹੀਂ, ਦੁਨੀਆ ਤੇਰੇ ਵਾਸਤੇ ਦਰਵਾਜ਼ਾ ਬੰਦ ਕਰ ਦੇ ਪੁੱਤਰ, ਆ ਮੈਂ ਅਵਗੁਣ ਭਰਿਆ ਹੋਇਆ ਨੂੰ ਵੀ ਬਖਸ਼ਾਂਗਾ, ਤੂੰ ਇੱਕ ਵਾਰੀ ਮੇਰੇ ਦਰ ਤੇ ਆ ਕੇ ਬੈਠ ਤਾਂ ਸਹੀ, ਤੂੰ ਆਓ ਤਾਂ ਸਹੀ ਗੁਰੂ ਮਾਲਕ ਦੇ ਚਰਨਾਂ 'ਚ, ਕਹੋ ਤਾਂ ਸਹੀ, ਤਰਲਾ ਤਾਂ ਲਈਏ ਕਿ ਸਤਿਗੁਰ ਭਰੇ ਹੋਏ ਆ, ਭਰੇ ਹੋਏ ਅਵਗੁਣਾਂ ਨਾਲ। ਤੇ ਮਾਲਕ ਭਰੇ ਹੋਏ ਅਵਗੁਣਾਂ ਵਾਲਿਆਂ ਨੂੰ ਵੀ ਸਤਿਗੁਰ ਜੀ ਫਿਰ ਇੱਥੇ ਤੋਰ ਕੇ ਸਾਧ ਬਣਾ ਦਿੰਦੇ ਆ। ਮਾਲਕ ਜੀ ਕਹਿੰਦੇ ਖੇਡ ਪ੍ਰਮਾਤਮਾ ਵਾਹਿਗੁਰੂ ਦੀ ਕਿ ਗੁੱਜੇ ਜਿਹੜੇ ਤੂੰ ਪਾਪ ਇਕੱਠੇ ਕਰਦਾ ਆ, ਉਹ ਵੀ ਪ੍ਰਗਟ ਹੋ ਜਾਣਗੇ। ਤੇ ਯਾਦ ਰੱਖੀ ਉਹਦੀ ਸਜ਼ਾ ਇੱਥੇ ਵੀ ਤੇ ਉਹਦੀ ਸਜ਼ਾ ਉੱਥੇ ਵੀ ਤੈਨੂੰ ਜ਼ਰੂਰ ਮਿਲੇਗੀ ਜੀ। ਨਾਨਕ ਸਤਿਗੁਰ ਬਾਜ ਮੁੱਠਾ, ਮਨ ਮੁਖੋ ਅਹੰਕਾਰੇ। ਮਾਲਕ ਜੀ ਕਹਿੰਦੇ ਕਿ ਸਤਿਗੁਰ ਤੋਂ ਬਗੈਰ ਮਨੁੱਖ ਦਾ ਜਿਹੜਾ ਜੀਵਨ ਹੈ ਉਹ ਹੰਕਾਰੀ ਹੈ। ਗਰਭ ਦੇ ਵਿੱਚ, ਹੰਕਾਰ ਦੇ ਵਿੱਚ, ਮਾਇਆ ਦੇ ਵਿੱਚ ਗਲਤਾਨ ਹੋਇਆ। ਉਹ ਜਿਹੜਾ ਗੁਰੂ ਨਾਲ ਜੁੜ ਗਿਆ ਜੀ, ਉਹਦਾ ਜੀਵਨ ਵੱਖਰਾ ਹੈ। ਗੁਰੂ ਤੋਂ ਟੁੱਟਿਆ ਸੀ ਭਾਈ ਸੱਜਣ ਠੱਗ, ਉਹ ਜਦੋਂ ਗੁਰੂ ਨਾਲ ਜੁੜ ਗਿਆ ਭਾਈ ਸੱਜਣ ਬਣ ਗਿਆ। ਗੁਰੂ ਨਾਲ ਟੁੱਟਿਆ ਸੀ ਭੂਮੀਆਂ ਚੋਰ, ਪਰ ਜਦੋਂ ਗੁਰੂ ਨਾਲ ਜੁੜਿਆ ਭਾਈ ਭੂਮੀਆਂ ਬਣ ਗਿਆ। ਗੁਰੂ ਨਾਲ ਟੁੱਟਿਆ ਸੀ ਕੋਡਾ ਰਾਖਸ਼, ਪਰ ਜਦੋਂ ਗੁਰੂ ਨਾਲ ਜੁੜਿਆ ਭਾਈ ਕੋਡਾ ਬਣ ਗਿਆ। ਬਸ ਇਹ ਆ ਜੀ, ਬਸ ਸਾਡੀ ਪ੍ਰੋਬਲਮ ਬਸ ਇੱਥੇ ਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕੋਲ ਕੋਈ ਸਿੱਖ ਗਿਆ ਜੀ ਤੇ ਸਤਿਗੁਰੂ ਨੂੰ ਆਖਦਾ ਕਿ ਮਾਲਕ ਮੇਰਾ ਮਨ ਨਹੀਂ ਟਿਕਦਾ। ਮਾਲਕ ਜੀ ਕਹਿੰਦੇ ਵਧਾਈਆਂ। ਉਹਨੇ ਫੇਰ ਦੱਸਿਆ ਜੀ, ਕਹਿੰਦੇ ਸਤਿਗੁਰੂ ਮੇਰਾ ਮਨ ਨਹੀਂ ਟਿਕਦਾ। ਸਤਿਗੁਰੂ ਕਹਿੰਦੇ ਵਧਾਈਆਂ। ਤੇ ਮਾਲਕ ਜੀ ਕਹਿੰਦੇ ਵਧਾਈਆਂ ਭਾਈ। ਉਹ ਕਹਿੰਦਾ ਸਤਿਗੁਰੂ ਮੈਂ ਤੁਹਾਨੂੰ ਦੱਸ ਰਿਹਾ ਮੇਰਾ ਮਨ ਨਹੀਂ ਟਿਕਦਾ, ਮਨ ਨਹੀਂ ਟਿਕਦਾ, ਤੇ ਤੁਸੀਂ ਕਹੀ ਜਾਂਦੇ ਵਧਾਈਆਂ। ਸਤਿਗੁਰੂ ਕਹਿੰਦੇ ਵਧਾਈਆਂ ਇਸ ਗੱਲ ਕਰਕੇ, ਉਹ ਕਮਲਿਆ ਤੈਨੂੰ ਪਤਾ ਤਾਂ ਲੱਗ ਗਿਆ ਤੇਰਾ ਮਨ ਭਟਕਿਆ ਹੋਇਆ। ਮਾਫ ਕਰੋ, ਸਾਨੂੰ ਤਾਂ ਇਹੀ ਨਹੀਂ ਪਤਾ ਬਿਮਾਰੀ ਕੀ ਹੈ। ਜਦੋਂ ਬਿਮਾਰੀ ਪਕੜ ਲਈ ਤੇ ਇਲਾਜ ਵੀ ਹੋ ਜਾਏਗਾ, ਹਲੇ ਬਿਮਾਰੀ ਦਾ ਹੀ ਨਹੀਂ ਪਤਾ। ਅਸੀਂ ਮਾਫ ਕਰਿਓ, ਮੇਰੇ ਵਰਗਾ ਸੰਤ ਸਮਝਦਾ ਆਪਣੇ ਆਪ ਨੂੰ, ਬਹੁਤ ਵੱਡਾ ਗਿਆਨੀ ਸਮਝੇਗਾ। ਨਹੀਂ, ਮਾਲਕ ਜੀ ਕਹਿੰਦੇ ਤੇਰਾ ਵੀ ਮਨ ਭਟਕਦਾ ਆ, ਤੂੰ ਵੀ ਭਟਕਿਆ ਹੋਇਆ।
ਤੇ ਗੁਰੂ ਮਾਲਕ ਦੇ ਚਰਨਾਂ 'ਚ ਅਰਦਾਸ ਕਰੀਏ, ਮਾਲਕ ਸਾਨੂੰ ਸਾਰਿਆਂ ਨੂੰ ਪਹਿਲਾਂ ਬਿਮਾਰੀ ਤਾਂ ਪਤਾ ਲੱਗੇ, ਜਦੋਂ ਬਿਮਾਰੀ ਪਤਾ ਲੱਗ ਗਈ ਫਿਰ ਸਤਿਗੁਰ ਦਾ ਸੁਭਾਅ ਕੀ ਹੈ ਜੀ? ਮੇਰਾ ਵੈਦ ਗੁਰੂ ਗੋਬਿੰਦਾ, ਬੋਲੋ ਜੀ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ, ਜਮ ਕੀ ਫੰਦੋ, ਫਿਰ ਸਾਰੇ ਰੋਗ ਕੱਟ ਦੇਗਾ ਜੀ। ਹਾਰ ਕੇ ਦਾਸ ਜੀਵੇ ਲਾਗਾ ਪ੍ਰਭ ਕੇ ਚਾਰਾਣੀ। ਗੁਰੂ ਦੇ ਦਾਸ ਗੁਰੂ ਤੇ ਭਰੋਸਾ ਰੱਖ ਕੇ ਗੁਰੂ ਦੀ ਬਾਣੀ ਨਾਲ ਜੁੜ ਕੇ ਇਸ ਭਵ ਸਾਗਰ ਨੂੰ ਪਾਰ ਕਰਦੇ ਜੀ। ਕੰਠ ਲਗਾਏ ਲੀਏ ਤਿਸ ਠਾਕੁਰ ਸ਼ਰਣੀ। ਸਾਰਾ ਕੁਝ ਛੱਡ ਕੇ ਜਦੋਂ ਮੈਂ ਗੁਰੂ ਦੀ ਸ਼ਰਨ 'ਚ ਆ ਜਾਵਾਂਗਾ ਨਾ ਤੇ ਫਿਰ ਗੁਰੂ ਵੀ ਇੱਕ ਗੱਲ ਆਖਦਾ ਜੀ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਕਿ ਆ ਜਾ ਪੁੱਤਰ ਤੂੰ ਮੇਰੇ ਕੋਲ ਆਇਆ ਆ ਤੇ ਮੈਂ ਤੈਨੂੰ ਆਪਣੇ ਸੀਨੇ ਨਾਲ ਆਪਣੇ ਗਣੇ ਨਾਲ ਨਾਉਂਦਾ ਸੀ। ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ। ਸਤਿਗੁਰ ਏਡਾ ਦਿਆਲੂ ਹੋ ਜਾਂਦਾ, ਉਹ ਸਭ ਕੁਝ ਦਿੰਦਾ, ਇਹਨੂੰ ਗਿਆਨ ਵੀ ਦਿੰਦਾ, ਇਹਨੂੰ ਸੋਝੀ ਵੀ ਦਿੰਦਾ, ਇਹਨੂੰ ਧਿਆਨ ਵੀ ਦਿੰਦਾ, ਇਹਨੂੰ ਬਲ ਵੀ ਦਿੰਦਾ, ਇਹਨੂੰ ਤਾਕਤ ਵੀ ਦਿੰਦਾ ਆ। ਤੇ ਮਾਲਕ ਫਿਰ ਆਪਣਾ ਨਾਮ ਆਪ ਜਪਾਉਂਦਾ ਆ। ਇਹ ਵੀ ਇੱਕ ਗੁਰੂ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ ਜੀ। ਸਾਡੀ ਔਕਾਤ ਨਹੀਂ ਹੈ ਕਥਾ ਕਰਨ ਦੀ, ਮਾਫ ਕਰਿਓ, ਸਾਡੀ ਔਕਾਤ ਨਹੀਂ ਹੈ ਕਥਾ ਸੁਣਨ ਦੀ, ਸਾਡੀ ਔਕਾਤ ਨਹੀਂ ਹੈ ਘਰ ਤੋਂ ਤੁਰ ਕੇ ਆਉਣ ਦੀ। सतगुरु तुसी कृपा कर दियो। एक दिन में लाखों संकल्प बनते हैं लेकिन बनकर टूट जाते हैं। गुरु के दरबार पर वही आते हैं जिसको गुरु जी खुद बुलाते हैं। किड्डा पटियाला वसदा जी, किन्ने क पहुंचे हो जिन्हां ते कृपा कीती। अंदर खिच जी नहीं पैंदी कि भाई टाइम हो गया चलिए कथा दा, टाइम हो गया असा दी वार दा, टाइम हो गया सेवा दा। ते याद रखियो एक खिच पाउण वाला ਉਹ ਅਕਾਲ ਪੁਰਖ ਵਾਹਿਗੁਰੂ ਹੈ। ਇੱਕ ਵਾਰੀ ਰਾਤ ਨੂੰ ਅਰਦਾਸ ਕਰਕੇ ਸੋਇਓ ਕਿ ਸਤਿਗੁਰ ਮੈਂ ਸਵੇਰੇ ਨਿਤਨੇਮ ਕਰਨਾ, ਮੈਨੂੰ 5 ਵਜੇ ਠਾਲ ਦਿਓ। ਉਹ ਮੇਰਾ ਗੁਰੂ ਐਡਾ ਖੁਸ਼ ਹੁੰਦਾ, ਤੂੰ ਨਿਤਨੇਮ ਕਰਨ ਲਈ ਕਾਲਾ, ਉਹ ਤੈਨੂੰ ਨਿਤਨੇਮ ਕਰਦੇ ਨੂੰ ਦੇਖਣ ਨੂੰ ਕਾਲਾ। ਤੂੰ 5 ਵਜੇ ਦਾ ਅਲਾਰਮ ਲਾਇਆ, ਤੇਰੀ ਅੱਖ 4:30 ਖੁੱਲ ਜਾਏਗੀ। ਉਹ ਕਹਿੰਦੇ ਆ ਤਾਂ ਸਹੀ ਮੈਂ ਤੇਰੇ ਤੋਂ ਵੱਧ ਕਾਲਾ ਆ। ਤੇ ਗੁਰੂ ਮਾਲਕ ਆਪਣਾ ਨਾਮ ਆਪ ਜਪਾਉਂਦੇ ਜੀ। ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ। ਗੁਰੂ ਮਾਲਕ ਆਪ ਸੰਗਤ ਕਰਵਾਉਂਦੇ ਆ ਜੀ, ਆਪ ਸਾਡੀ ਗੁਣਾਂ ਨਾਲ ਸਾਂਝ ਕਰਵਾਉਂਦੇ ਆ, ਸਾਨੂੰ ਆਪ ਆਪਣੇ ਨਾਲ ਜੋੜਦੇ ਆ ਤੇ ਸਤਿਗੁਰ ਬਖਸ਼ਿਸ਼ ਕਰਦੇ ਆ। ਜੇ ਕੋਈ ਇਸ ਦੁਨੀਆ ਤੋਂ ਆਪਣਾ ਜੀਵਨ ਸੁਹੇਲਾ ਕਰਕੇ ਜਾ ਰਿਹਾ ਆ ਤੇ ਉਹ ਵੀ ਗੁਰੂ ਨੇ ਕਰਾਇਆ ਆ। ਦੋਵੇਂ ਹੱਥ ਜੋੜ ਕੇ ਕਹਿ ਦਿਆ ਕਰੋ ਕਿ ਤੁਧ ਆਗਾ ਅਰਦਾਸ ਹਮਾਰੀ। ਬੋਲੋ ਜੀ, ਤੁਧ ਆਗਾ ਅਰਦਾਸ ਹਮਾਰੀ। ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵੱਡੇ। ਇੱਕ ਵਾਰੀ ਫੇਰ ਬੋਲਿਓ ਜੀ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੇ ਮੇਰਾ ਕੀ ਹੈ ਜੀ, देने वाला सब कुछ तू है। जो ऐसी सोच लेके तुरोगे तो मालिक जी कहते कि भाई वो परमात्मा होर रंग लाएगा जी। राख लिये रखन हार सदा निर्मल कारणी। रख लेंदा जी पत्थर ला। मैं सोचता हूं ना घर च बच्चे है ना जी, कई बार मेले चले गए बच्चे नूं लेके, दुकान चले गए किते, कई बार प्यो की जेब च पैसे नहीं होंगे, वो चीज कोई वड्डी मंग लेंदा। असीं बड़ा डांटदे ना पुत्तर नहीं लेना, आ तेरे काम दी नहीं है। असीं कई बार इदा टालदे आ, उहनूं जेब च पैसे नहीं है, मसला तो है पैसे दा, पर टालदे आ कि पुत्तर ये तेरे काम दी नहीं है, तू तोड़ देगा, एडी महंगी तैं की करनी है। पर बच्चा एक काम करदा लट पैंदा, लत्तां मारदा, कपड़े लपेट लैंदा, जिद्दी नहीं हुंदे बच्चे। मैं तो लेनी हो लेनी है, मैं तो लेनी हो लेनी है दबा। ते प्यो आखर नूं की हुंदा जी, पुत्त दी जिद अगे हार जांदा है। पुत्त दी जिद अगे, बोलो जी सारे, पुत्त दी जिद अगे हार जांदा। प्यो हार गया, वो फिर धार ना करके दवे दवाउंदा है। वो कह देगा तैनूं मैं आउंदा जांदा पैसे फड़ा दूंगा, पर इहदी डिमांड पूरी कर दे। तो मैं कहना इत्थे खड़ के जिद्दी ना बन जाइए आपां भी। असीं भी निआणे आ वाहिगुरू तेरे, ਅਸੀਂ ਵੀ ਤੇਰੇ, ਅਸੀਂ ਨਾ ਜਿੱਦੀ ਬਣ ਜਾਈਏ ਕਿ ਵਾਹਿਗੁਰੂ ਮੈਨੂੰ ਨਿਤਨੇਮ ਦੀ ਦਾਤ ਬਖਸ਼, ਮੈਨੂੰ ਬਖਸ਼। ਮੈਨੂੰ ਨਹੀਂ ਪਤਾ,
ਮੇਰੀ ਸਵੇਰੇ 8 ਵਜੇ ਅੱਖ ਖੁੱਲਦੀ ਆ, ਮੈਨੂੰ ਜੋ ਮਰਜ਼ੀ ਕਰ, ਜਿੱਦਾਂ ਮਰਜ਼ੀ ਕਰ, ਮੈਨੂੰ ਚਪੇੜਾ ਮਾਰ ਕੇ ਨਾ ਠਾਲ, ਮੈਨੂੰ ਨਿਤਨੇਮ ਦੇ ਟਾਈਮ ਠਾਲ, ਮੈਨੂੰ ਸੇਵਾ ਬਖਸ਼, ਜਿੱਦੀ ਤਾਂ ਬਣੀਏ। ਮਾਫ ਕਰਿਓ, ਦੁਨਿਆਵੀ ਚੀਜ਼ਾਂ ਲਈ ਜਿੰਨੀ ਡਿਮਾਂਡ ਰੱਖਦੇ ਹੋ, ਜਿੰਨੀ ਜਿੱਦ ਕਰਦੇ ਹੋ, ਜੇ ਇੱਕ ਵਾਰੀ ਨਿਤਨੇਮ ਦੇ ਲਈ, ਇੱਕ ਵਾਰੀ ਸੇਵਾ ਦੇ ਲਈ, ਇੱਕ ਵਾਰੀ ਬਾਣੀ ਦੇ ਲਈ ਜਿੱਦੀ ਬਣ ਗਏ ਨਾ ਜੀ, ਦੁਨੀਆ ਦੀ ਕੋਈ ਵੀ ਚੀਜ਼ ਨਹੀਂ ਜਿਹੜੀ ਸਾਡੇ ਪੈਰਾਂ 'ਚ ਨਹੀਂ ਪਈ ਹੋਏਗੀ। ਇੱਕ ਵਾਰੀ ਬਣ ਕੇ ਤਾਂ ਦੇਖੀਏ ਜਿੱਦੀ। ਇੱਥੇ ਮਾਲਕ ਨੇ ਸਤਿਗੁਰ ਕਹਿੰਦੇ ਰੱਖ ਲਿਆ ਆਪਣੇ ਕੋਲ। ਜਦੋਂ ਮਾਲਕ ਕਹਿੰਦੇ ਜਦੋਂ ਆਪਣੇ ਕੋਲ ਰੱਖ ਲਿਆ, ਆਪਣਾ ਬਣਾ ਲਿਆ, ਤੇ ਉਹਦੀ ਕਰਨੀ ਵੀ ਨਿਰਮਲ ਹੀ ਕਰ ਦਿੱਤੀ ਗਿਆ, ਨਿਰਮਲ ਕਰ ਦਿੱਤੀ ਗਿਆ, ਵਧੀਆ ਕਰ ਦਿੱਤੀ ਗਿਆ। ਹੁਣ ਇੱਕ ਇੱਕ ਕਦਮ ਉਹਦਾ ਧਰਮ ਹੀ ਬਣਦਾ ਜਾ ਰਿਹਾ ਆ। ਮਾਲਕ ਨੇ ਆਪਣੇ ਨਾਲ ਆਪਣੇ ਸੇਵਕ ਨੂੰ ਏਦਾਂ ਜੋੜਿਆ ਜੀ, ਨਾਨਕ ਨਰਕ ਨਾ ਜਾਹੇ ਕਬਹੂ, ਹਰ ਸੰਤ ਹਰ ਕੇ ਸ਼ਰਨੇ। ਸਤਿਗੁਰ ਅਖੀਰ ਦੀ ਪੰਕਤੀ 'ਚ ਬਖਸ਼ਿਸ਼ ਕਰ ਰਹੇ ਆ ਜੀ ਕਿ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰਦਾ, ਮਿਹਰਮਤ ਕਰਦਾ ਹੈ, ਜਦੋਂ ਸੰਤਾਂ ਦੀ ਸ਼ਰਨ ਆ ਗਏ, ਗੁਰੂ ਮਾਲਕ ਨੇ ਆਪਣੀ ਸ਼ਰਨ 'ਚ ਲੈ ਲਿਆ, ਤੇ ਦੁਨੀਆ ਦੇ ਕਿਸੇ ਵੀ ਨਰਕ ਦੇ ਵਿੱਚ ਫਿਰ ਉਹ ਸਾਨੂੰ ਜਾਣ ਨਹੀਂ ਦਿੰਦਾ, ਫਿਰ ਨਹੀਂ ਉਹ ਜਾਣ ਦਿੰਦਾ। ਬਸ ਇਹ ਅਰਦਾਸ ਕਰਕੇ ਜਾਣੀ ਹੈ, ਮਾਲਕ ਜਿੰਨਾ ਵੀ ਜੀਵਨ ਹੈ, ਉਮਰ ਜਿੰਨੀ ਵੀ ਹੈ, ਉਹ ਥੋੜੀ ਹੈ ਬਹੁਤੀ ਹੈ, ਜਿੰਨੀ ਵੀ ਹੈ, ਪਰ ਮਾਲਕ ਤੇਰੇ ਦਰ ਤੋਂ ਬਗੈਰ ਨਾ ਹੋਵੇ। ਸਾਹਿਬਜ਼ਾਦਿਆਂ ਨੂੰ ਕਿਹਾ, ਕਹਿੰਦੇ ਛੱਡ ਦਿਓ ਆਪਣਾ ਧਰਮ, ਡੋਲੇ ਦੇਵਾਂਗੇ ਆਪਣੀ ਕੁੜੀਆਂ ਦੇ, ਗੱਦੀਆਂ ਦੇ ਦਾਂਗੇ, ਉਹਨੂੰ ਬਾਦਸ਼ਾਹ ਬਣਾ ਦਾਂਗੇ, ਸਭ ਕੁਝ ਕਰ ਦਾਂਗੇ। ਤੇ ਸਾਹਿਬਜ਼ਾਦਿਆਂ ਨੇ ਇੱਕ ਗੱਲ ਕਹੀ ਸੀਗੀ, ਕਹਿੰਦੇ ਗੁਰੂ ਤੋਂ ਟੁੱਟ ਕੇ ਤੇ 100 ਸਾਲ ਵੀ ਜੀ ਲਈਏ, ਉਹ ਸਾਲ ਨਰਕ ਭੋਗਣ ਦੇ ਬਰਾਬਰ ਹੈ, ਪਰ ਗੁਰੂ ਨਾਲ ਜੁੜ ਕੇ ਜੇ 1 ਸਾਲ ਵੀ ਜੀ ਲਈਏ ਤੇ ਉਹ ਸਾਲ 100 ਸਵਰਗਾ ਦੇ ਬਰਾਬਰ ਹੈ। ਇਸ ਕਰਕੇ ਗੁਰੂ ਦੀ ਸ਼ਰਨ ਚਾਹੀਏ ਜੀ, ਗੁਰੂ ਦੀ ਸ਼ਰਨੀ ਲੱਗੀਏ, ਗੁਰੂ ਮਾਲਕ ਦੀ ਬਖਸ਼ਿਸ਼ ਕਰਨ। ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੇ ਭੁੱਲਾਂ ਦੀ ਖਿਮਾ। ਸੰਗਤ ਵਿੱਚ ਗੁਰੂ ਵਸਦਾ, ਰੱਬ ਵਸਦਾ, ਮੇਰੇ ਲਈ ਵੀ ਅਰਦਾਸ ਕਰਿਓ, ਮਾਲਕ ਮੈਨੂੰ ਵੀ ਨਿਤਨੇਮ ਦੀ ਦਾਤ ਬਖਸ਼ੇ, ਕੌਮ ਦੀ ਸੇਵਾ ਕਰਨ ਦਾ ਬਲ ਉਦਮ ਬਖਸ਼ੇ ਜੀ। ਆਪ ਸੰਗਤ ਦਾ ਧੰਨਵਾਦ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਹੈੱਡ ਗ੍ਰੰਥੀ, ਕਥਾਵਾਚਕ, ਸਮੁੱਚੇ ਸਟਾਫ ਦਾ ਧੰਨਵਾਦ। ਆਓ ਸਾਰੇ ਰਲ ਕੇ ਧੰਨਵਾਦ ਕਰੀਏ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦਾ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇਕੱਠਾ ਹੋਣ ਦਾ ਬਲ ਉਦਮ ਬਖਸ਼ਿਆ ਜੀ। ਹੋਈਆਂ ਬੇਅੰਤ ਪ੍ਰਕਾਰ ਦੀ ਭੁੱਲਾਂ ਦੀ ਖਿਮਾ, ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।